कि हुण जिहड़ा रिएक्ट हो रहा इहदा कोई प्रभाव सरकार ते पएगा? किन्नी क देर इंडियन स्टेट दुनिया दे विच इह पखंड जीवित रखूगी कि असी लोकां राहीं तां चुने जाने आ पर लोकां लई नहीं काम करदे, लई नहीं काम करदे। वक्ती तौर ते जिहड़ा 50 साल सेंटर दबा सकदी सी ਉਹਦਾ ਉਹਨੂੰ ਤਾਂ ਫਾਇਦਾ ਹੋਗਾ ਕਿ ਸਾਰੀਆਂ ਸ਼ਕਤੀਆਂ ਉਹਨੇ ਆਪਣੇ ਕੋਲ ਲੈ ਗਿਆ। ਪਰ ਨੁਕਸਾਨ ਕਿਹਨੂੰ ਹੋਇਆ? ਨੁਕਸਾਨ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਇਹਨੂੰ ਅੱਖੋਂ ਓਹਲੇ ਕੀਤਾ। ਕੋਈ ਤਾਂ ਕੇਵਲ ਹਰੀਆਂ ਪੱਗਾਂ ਬੰਨ੍ਹ ਕੇ ਇਹ ਦਾਅਵਾ ਕਰਦੇ ਨੇ ਕਿ ਸਿਰਫ ਕਿਸਾਨਾਂ ਦਾ ਮਸਲਾ ਹੈ, ਕੋਈ ਕਹਿੰਦਾ ਇਹ ਖੁਦ ਮੁਖਤਿਆਰੀ ਦਾ ਮਸਲਾ ਹੈ, ਕੋਈ ਕਹਿੰਦਾ ਵੀ ਇਹ ਖਾਲਿਸਤਾਨ ਦਾ ਮਸਲਾ ਹੈ। ਸਟੇਟ ਨੂੰ ਇੰਨਾ ਦਿਵਾਲੀਆ ਕਰਤਾ ਕਿ ਅੱਜ ਚਾਹੁੰਦੇ ਹੋਏ ਵੀ ਸਟੇਟ ਆਪਣੇ ਜ਼ਿਮੀਂਦਾਰ ਦੀ ਫਸਲ ਨਹੀਂ ਖਰੀਦ ਸਕਦਾ। ਦੇ ਡੋਂਟ ਹੈਵ ਮਨੀ। ਇਹ ਇੱਕ ਲਾਈਨ ਹੈ ਉਹਨਾਂ ਟੈਕਨੀਕਲ ਉਣਤਾਈਆਂ ਕਰਕੇ ਸਟੇਟ ਦੇ ਲੋਕ ਭੁੱਖੇ ਮਰ, ਉਹਨਾਂ ਨੂੰ ਤਨਖਾਹਾਂ ਨਾ ਮਿਲਣ। ਜੇ GST ਨਹੀਂ ਆਏਗੀ ਸਟੇਟ ਕਹੇਗੀ ਜੀ ਆਈ ਨਹੀਂ GST, ਮੈਂ ਤਨਖਾਹ ਕਿੱਥੇ ਦੇਵਾਂ? ਇੱਕ ਦਿਨ ਦਾ ਅਖਬਾਰ ਚੁੱਕੋ, ਕਦੇ ਤਾਂ ਆਵਾਜ਼ਾਂ ਆਉਂਦੀਆਂ ਨੇ ਕਿ ਅਸੀਂ ਸਰਕਾਰ ਦੀ ਇਹ ਗੱਲ ਨਹੀਂ ਮੰਨਣੀ, ਅਗਲੇ ਹੀ ਕੁਝ ਦਿਨਾਂ ਵਿੱਚ ਉਹ ਗੱਲ ਮੰਨੀ ਜਾਂਦੀ ਹੈ। ਭਾਵ ਉਹ ਜਿਹੜਾ ਟਾਈਮ ਹੈ ਸੌਦੇਬਾਜ਼ੀ ਦਾ। ਅਮਰਿੰਦਰ, ਦਰਬਾਰਾ ਸਿੰਘ, ਲੌਂਗੋਵਾਲ, ਬਰਨਾਲਾ, ਬੇਅੰਤ ਸਿੰਘ, ਫਿਰ ਦੁਬਾਰਾ ਬਾਦਲ, ਫਿਰ ਦੁਬਾਰਾ ਅਮਰਿੰਦਰ। ਇਹ ਮੈਂ ਆਪਣੀ ਅੱਖੀਂ ਦੇਖੇ ਨੇ ਕਿ ਕੇਵਲ ਤੇ ਕੇਵਲ ਜਾਂ ਪੰਜਾਬ ਵੇਚਦੇ ਨੇ ਜਾਂ ਸਿੱਖੀ ਵੇਚਦੇ ਨੇ। ਇਹ ਜਿਹੜਾ ਅੱਜ ਦਾ ਸੰਘਰਸ਼ ਹੈ ਇਹ ਵਕਤੀ ਤੌਰ ਤੇ ਮੰਨ ਲਓ ਕੱਲ ਇੱਕ ਦੋ ਮੰਗਾਂ ਜੇ ਮੰਨ ਵੀ ਲੈਣ, ਕੀ ਮੰਨਣਗੇ? ਮੰਨਣਗੇ ਜਿਹੜੀ ਕੰਟਰੈਕਟ ਫਾਰਮਿੰਗ ਹੈ ਉਹਨੂੰ 2 ਸਾਲ ਲਈ ਅੱਗੇ ਪਾਉਂਦੇ ਆ, ਬਸ ਮੁੜ ਵਿਚਾਰ ਕਰਾਂਗੇ। ਠੀਕ ਹੈ ਜੀ, ਤੁਹਾਡੀ ਜ਼ਮੀਨਾਂ ਹੁਣ ਹੋ ਗਈਆਂ ਸੀ, ਕਾਨੂੰਨ ਨਹੀਂ ਬਦਲਣਗੇ, ਡਿਊਰੇਸ਼ਨ ਦੇਣਗੇ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਆਉਣਾ ਮੈਂ ਅਨੇਕਾਂ ਮੁੱਦੇ ਲੈ ਕੇ, ਅਨੇਕਾਂ ਸ਼ਖਸੀਅਤਾਂ ਲੈ ਕੇ। ਜੇ ਗੱਲ ਕਰਾਂ, ਤੁਸੀਂ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਪਰ ਵਿਚਰਦੇ ਹੋ, ਜਿਤਨੇ ਵੀ ਪੰਜਾਬ ਦੇ ਵਿੱਚ ਟੋਲ ਟੈਕਸ ਨੇ ਉਹਦੇ ਉੱਪਰ ਇਸ ਵੇਲੇ ਕਿਸਾਨ ਜਥੇਬੰਦੀਆਂ, ਸਾਡੇ ਭਰਾ, ਛੋਟੇ ਵੱਡੇ ਕਿਸਾਨ, ਜ਼ਰੂਰੀ ਨਹੀਂ ਹੁੰਦਾ ਵੀ ਜੇ ਕਿਸੇ ਦੇ ਹਰੇ ਰੰਗ ਦੀ ਦਸਤਾਰ ਸਜਾਈ ਹੈ ਤੇ ਉਹੀ ਇੱਕ ਕਿਸਾਨ ਹੋਵੇਗਾ, ਐਸਾ ਨਹੀਂ ਹੈ। ਜਿਹੜਾ ਵੀ ਖੇਤੀਬਾੜੀ ਨਾਲ ਜੁੜਿਆ ਹੋਇਆ ਸਾਰੇ ਸੜਕਾਂ ਦੇ ਉੱਪਰ ਆਏ ਹੋਏ ਨੇ। ਟੋਲ ਪਲਾਜ਼ਾ ਬਿਲਕੁਲ ਬੰਦ ਹੋਏ ਨੇ। ਜੇ ਰਿਲਾਇੰਸ ਦੀ ਗੱਲ ਕਰਾਂ ਤਾਂ ਰਿਲਾਇੰਸ ਪੈਟਰੋਲ ਪੰਪ ਬਿਲਕੁਲ ਟੋਟਲੀ ਬੰਦ ਨੇ। ਰਿਲਾਇੰਸ ਦੇ ਵੱਡੇ ਵੱਡੇ ਜਿਹੜੇ ਸ਼ੋਰੂਮ ਨੇ ਉਹ ਬੰਦ ਨੇ। ਪਰ ਇੱਕ ਮਨ ਦੇ ਵਿੱਚ ਸਵਾਲ ਪੈਦਾ ਹੋ ਜਾਂਦਾ, ਐਸਾ ਕੀ ਹੋਇਆ ਲੋਕ ਸੜਕਾਂ ਦੇ ਉੱਪਰ ਆ ਗਏ, ਕੌਮੀ ਜਜ਼ਬਾਤਾਂ ਨੂੰ ਲਾਂਬੂ ਲੱਗ ਗਿਆ? ਇਹਦਾ ਕਾਰਨ ਕੀ ਐਸਾ ਹੋ ਸਕਦਾ ਤੇ ਇਹਦਾ ਹੱਲ ਅੱਗੇ ਜਾ ਕੇ ਕੀ ਹੋਵੇਗਾ? ਆਓ ਆਪਾਂ ਜਾਣਦੇ ਹਾਂ। ਮੇਰੇ ਨਾਲ ਅੱਜ ਫਿਰ ਸਟੂਡੀਓ ਦੇ ਵਿੱਚ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਜੋ ਸਮੇਂ-ਸਮੇਂ ਦੇ ਉੱਪਰ ਸਾਨੂੰ ਆਪਣੇ ਸੁਝਾਅ ਦੇ ਕੇ ਨਿਵਾਜਦੇ ਨੇ। ਆਓ ਸਭ ਤੋਂ ਪਹਿਲਾਂ ਸਟੂਡੀਓ ਦੇ ਵਿੱਚ ਆਉਣ ਲਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੱਖੂ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਕਿਸਾਨੀ ਦੀ, ਜੀ ਐਸਾ ਜਜ਼ਬਾਤਾਂ ਨੂੰ ਕੀ ਲਾਂਬੂ ਲੱਗਾ ਹੈ ਵੀ ਸਾਰੇ ਲੋਕ ਸੜਕਾਂ ਦੇ ਉੱਪਰ ਆ ਗਏ ਨੇ? ਛੋਟੇ ਆ ਗਏ ਨੇ, ਵੱਡੇ ਆ ਗਏ ਨੇ, ਬਜ਼ੁਰਗ ਆ ਗਏ ਨੇ, ਬੀਬੀਆਂ ਆ ਗਈਆਂ ਨੇ, ਔਰ ਬਕਾਇਦਾ ਟਰੈਕ ਜਾਮ ਕਰਕੇ ਸਰਕਾਰ ਨਾਲ ਸਿੱਧਾ ਮੱਥਾ ਡਾਲਿਆ। ਇਹ ਤੁਹਾਡੇ ਵੇਖਣ ਦੇ ਵਿੱਚ ਫਸਟ ਟਾਈਮ ਹੋਇਆ ਜਾਂ ਅੱਗੇ ਵੀ ਕਦੀ ਐਸਾ ਹੋਇਆ ਸਰਕਾਰ ਨੇ ਮਾਰੂ ਨੀਤੀਆਂ ਬਣਾਈਆਂ ਹੋਣ ਤੇ ਏਡੇ ਵੱਡੇ ਪੱਧਰ ਦੇ ਉੱਪਰ ਅੱਗੋਂ ਸਰਕਾਰ ਨੂੰ ਅੱਖਾਂ ਵਿਖਾਈਆਂ ਗਈਆਂ ਹੋਣ? ਕਿਉਂਕਿ ਜੇ ਆਪਾਂ ਗੱਲ ਕਰੀਏ, NRC ਦੀ ਗੱਲ ਆਈ ਸੀ, ਉਸ ਤੋਂ ਪਹਿਲਾਂ ਰਾਮ ਮੰਦਰ ਦੀ ਗੱਲ ਆਈ ਸੀ, 370 ਦੀ ਗੱਲ ਆਈ ਸੀ, ਜਾਂ ਬੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੋਦੀ ਨੇ ਹਿੱਕ ਦੇ ਜ਼ੋਰ ਤੇ ਮਨਵਾਈਆਂ ਨੇ। ਤੇ ਜਦੋਂ ਇਹ ਗੱਲ ਆਈ ਹੈ ਕਿਸਾਨਾਂ ਦੇ ਨਾਲ ਤੇ ਲੋਕ ਸੜਕਾਂ ਦੇ ਉੱਪਰ ਆ ਗਏ ਨੇ, ਤੁਹਾਡੀ ਪਾਰਟੀ ਵੀ ਜਿੰਨੇ ਪੱਧਰ ਤੇ ਕਰ ਸਕਦੀ ਆ ਕਰਦੀ ਪਈ ਹੈ, ਜਾਂ ਜਿਹੜਾ ਤੁਸੀਂ ਬਾਰਡਰ ਖੋਲ੍ਹਣ ਦੀ ਗੱਲ ਕਰ ਰਹੇ ਹੋ ਉਹ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਜਾਣਾ, ਕਿਸਾਨਾਂ ਦੇ ਹੱਕ ਦੇ ਵਿੱਚ ਜਾਣਾ। ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਜੀਵਨ ਦੇ ਵਿੱਚ ਕਦੀ ਐਸਾ ਹੋਇਆ ਵੀ ਸਰਕਾਰ ਨੇ ਮਾਰੂ ਨੀਤੀਆਂ ਬਣਾਈਆਂ ਹੋਣ ਤੇ ਲੋਕਾਂ ਨੇ ਏਡੇ ਵੱਡੇ ਪੱਧਰ ਤੇ ਵਿਰੋਧ ਕੀਤਾ ਹੋਵੇ? ਹਾਂ, ਇਹਦੇ ਕਈ ਮਤਲਬ ਕਿ ਵਿਊ ਲਿੱਤੇ ਜਾ ਸਕਦੇ ਨੇ, ਕਈ ਐਂਗਲਸ ਤੋਂ ਇਹਨੂੰ ਦੇਖਿਆ ਜਾ ਸਕਦਾ ਇਸ ਸਵਾਲ ਨੂੰ। ਜਿਹੜਾ ਤੁਸੀਂ ਰਾਮ ਮੰਦਰ ਦੀ ਗੱਲ ਕੀਤੀ ਹੈ ਜਾਂ 370 ਦੀ ਗੱਲ ਕੀਤੀ ਹੈ, ਉਹ ਕਿਸੇ ਖਾਸ ਭਾਈਚਾਰੇ ਨਾਲ ਸੰਬੰਧਿਤ ਸੀਗਾ। ਇੱਕ ਤਾਂ ਇਹ ਗੱਲ ਮੈਂ ਜ਼ਿਆਦਾ ਸਮਝਦਾ ਕਿ ਜਿਹੜਾ ਕਿਸਾਨੀ ਮੁੱਦਾ ਹੈ ਇਹ ਜਨਰਲ ਆਵਾਮ ਦੇ ਨਾਲ ਸੰਬੰਧਿਤ ਹੈ।
ਕਿਸੇ ਖਾਸ ਸੈਗਮੈਂਟ ਨੂੰ ਇਹਦੇ ਵਿੱਚ ਨਹੀਂ ਕਿਹਾ ਜਾਵੇ ਉਹਦੇ ਤੇ ਜ਼ਿਆਦਾ ਅਟੈਕ ਹੋਊਗਾ। ਜਿਵੇਂ 370 ਹੈ, ਜੰਮੂ ਕਸ਼ਮੀਰ ਹੈ, ਪਹਿਲੀ ਗੱਲ ਤਾਂ ਉਹ ਜੰਮੂ ਕਸ਼ਮੀਰ ਹੈ। ਉਸ ਤੋਂ ਬਾਅਦ ਉਹਦੇ ਵਿੱਚ ਮੁਸਲਮਾਨ ਕੌਮ ਇਫੈਕਟ ਹੁੰਦੀ ਹੈ ਜ਼ਿਆਦਾ, ਜਾਂ ਉਹਨਾਂ ਦੀ ਡਿਮਾਂਡ ਨੂੰ ਪਿੱਛੇ ਕੀਤਾ ਗਿਆ, ਤਾਂ ਉੱਥੇ ਮੁਸਲਮਾਨ ਦਾ ਰਿਐਕਸ਼ਨ ਦੇਖਿਆ ਜਾਊਗਾ ਇੰਡੀਆ ਵਿੱਚ ਵੀ ਤੇ ਕਸ਼ਮੀਰ ਵਿੱਚ ਵੀ, ਜਾਂ ਹੋਰ ਵੀ ਗੱਲਾਂ ਜਿਵੇਂ ਤੁਸੀਂ ਕੀਤੀਆਂ ਨੇ। ਜਿਹੜਾ ਆਹ ਮੁੱਦਾ ਹੈ, ਇਹੋ ਜਿਹਾ ਮੁੱਦਾ ਪਹਿਲਾਂ ਆਇਆ ਜ਼ਰੂਰ ਹੈ ਪਰ ਰਿਐਕਸ਼ਨ ਇਹੋ ਜਿਹਾ ਨਹੀਂ ਹੋਇਆ। ਫੋਰ ਐਗਜ਼ਾਮਪਲ SYL ਨਹਿਰ ਦੀ ਗੱਲ ਚੱਲਦੀ ਹੈ, ਉਹ ਵੀ ਕਿਸਾਨੀ ਨਾਲ ਤੇ ਪੰਜਾਬ ਦੀ ਆਰਥਿਕਤਾ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ। ਹੈੱਡ ਵਰਕਸ ਦੇ ਉੱਤੇ ਪਾਣੀ ਦੀ ਇੱਕ ਇੱਕ ਬੂੰਦ, ਸਾਡੀ ਬੂੰਦ ਰਿਪੇਰੀਅਨ ਕਾਨੂੰਨ ਮੁਤਾਬਕ ਗਵਰਨ ਕਰਦੀ ਆ ਦਿੱਲੀ BBMB, ਉਹ ਵੀ ਇਹੋ ਜਿਹਾ ਹੀ ਮੁੱਦਾ ਹੈ ਜੀ। ਮੁੱਦੇ ਮੁੱਦੇ ਤਾਂ ਆਏ ਨੇ ਸਰਕਾਰਾਂ ਵੱਲੋਂ ਪਰ ਰਿਐਕਟ ਨਹੀਂ ਹੋਏ ਇੱਦਾਂ। ਇਹ ਚੰਗੀ ਗੱਲ ਹੈ, ਜਾਂ ਤਾਂ ਐ ਵੀ ਕਈ ਮੁੱਦੇ ਦਿਲ 'ਚ ਰੁਕੇ ਹੋਏ ਸੀ ਤੇ ਜਦੋਂ ਆ ਆਇਆ ਤਾਂ ਉਹਨਾਂ ਨੇ ਕਿਹਾ ਵੀ ਹੁਣ ਤਾਂ ਯਾਰ ਹੱਦ ਪਾਣੀ, ਕਹਿੰਦੇ ਨੇ ਨਾ ਜਿਵੇਂ ਨੱਕ ਦੇ ਉੱਤੋਂ ਦੀ ਸਿਰ ਦੇ ਉੱਤੋਂ ਲੰਘ ਜਾਵੇ ਫਿਰ ਤਾਂ ਬੰਦਾ ਬੜਾ ਹੈਗਾ। ਤੁਸੀਂ ਆਪ ਹੀ ਸੋਚੋ, ਮਨੁੱਖੀ ਤੌਰ ਤੇ ਇੱਥੇ ਤੱਕ ਪਾਣੀ ਹੋਵੇ, ਗਲ ਤੱਕ ਆ ਜੇ, ਬੰਦਾ ਕਹਿੰਦਾ ਚਲੋ ਹਜੇ ਸਾਹ ਤਾਂ ਆਉਂਦਾ ਹੈ। ਉਹ ਐਂ ਲੱਗ ਰਿਹਾ ਹੈ ਮੈਨੂੰ ਇਸ ਸਾਰੇ ਮਾਹੌਲ 'ਚੋਂ ਵੀ ਲੋਕਾਂ ਨੂੰ ਪਤਾ ਸੀ ਪਹਿਲਾਂ ਕਿ ਸਾਨੂੰ ਸਰਕਾਰ ਖਤਮ ਕਰ ਰਹੀ ਹੈ, ਨਾ ਚੱਜ ਨਾਲ ਸਾਨੂੰ ਰੇਟ ਦੇ ਰਹੀ ਹੈ, ਨਾ ਸਾਡੀਆਂ ਜਿਣਸਾਂ ਦੇ ਸਹੀ ਰੇਟ ਪੈ ਰਹੇ ਨੇ, ਨਾ ਉਹਨਾਂ ਦੀ ਮਾਰਕੀਟਿੰਗ ਚੰਗੇ ਤਰੀਕੇ ਨਾਲ ਹੋ ਰਹੀ ਹੈ। ਫੋਰ ਐਗਜ਼ਾਮਪਲ ਪੈਪਸੀ ਨੇ ਇੱਥੇ ਟਮਾਟਰ ਦਾ, ਮਿਰਚ ਦਾ ਤੇ ਆਲੂ ਦਾ ਇੱਕ ਸੰਕਲਪ ਲਿਆਂਦਾ, ਜ਼ਿਮੀਂਦਾਰ ਨੇ ਪੈਦਾ ਕਰਤਾ, ਜਿੱਦਾਂ ਉਹਨਾਂ ਨੇ ਕਿਹਾ ਉਦਾਂ ਕਰਤਾ। ਉਹਨਾਂ ਦਾ ਸਾਈਜ਼ ਆਇਆ ਬਿਲਕੁਲ, ਉਹ ਵੀ ਸਾਈਜ਼ ਦੇਤਾ, ਰੰਗ ਦੇਤਾ, ਸਭ ਕੁਝ ਦੇਤਾ। ਫਿਰ ਉਹਨਾਂ ਨੇ ਢੋਚਰ ਕੱਢ ਕੇ ਤੇ ਉਹ ਸੜਕਾਂ ਤੇ ਰੁਲਿਆ। ਮੀਨਸ ਮੇਰਾ ਮਤਲਬ ਕਹਿਣ ਤੋਂ ਇਹ ਹੈ ਕਿ ਸਾਰੀਆਂ ਘਟਨਾਵਾਂ ਇਸ ਮਾਹੌਲ ਦੇ ਵਿੱਚ ਆ ਕੇ ਜੁੜ ਗਈਆਂ ਵੀ ਯਾਰ ਹੁਣ ਤਾਂ ਇਹ ਸਾਡੀ ਜ਼ਮੀਨ ਵੀ ਲੈਣਾ ਚਾਹੁੰਦੇ ਨੇ। ਸੋ ਇਸ ਕਰਕੇ ਜਿਹੜਾ ਪਹਿਲਾ ਸਵਾਲ ਦਾ ਪਹਿਲਾ ਹਿੱਸਾ ਹੈ ਕਿ ਬੱਚਾ, ਬੀਬੀ, ਬਜ਼ੁਰਗ, ਅੱਜ ਨੌਜਵਾਨ ਆ ਕੇ ਸੜਕ ਤੇ ਬਹਿ ਗਏ। ਦੂਸਰੀ ਗੱਲ ਇਹ ਹੈ ਕਿ ਤੁਸੀਂ ਪੁੱਛਿਆ ਸੀ ਕਿ ਪਹਿਲਾਂ ਇਹ ਜਿਹੇ ਗੱਲਾਂ ਹੋਈਆਂ ਨੇ, ਉਹ ਬਿਲਕੁਲ ਹੋਈਆਂ ਨੇ ਪਰ ਉਸ ਤਰ੍ਹਾਂ ਰਿਐਕਟ ਹੋਣਾ ਚਾਹੀਦਾ ਸੀ ਜਿਹੜਾ ਨਹੀਂ ਹੋਇਆ, ਜਿਹੜਾ ਹੁਣ ਹੋ ਰਿਹਾ। ਪਰ ਕੀ ਹੁਣ ਜਿਹੜਾ ਰਿਐਕਟ ਹੋ ਰਿਹਾ ਇਹਦਾ ਕੋਈ ਪ੍ਰਭਾਵ ਸਰਕਾਰ ਤੇ ਪਏਗਾ? ਦੇਖੋ ਇੱਥੇ ਜਿਹੜਾ ਲੋਕ ਸੰਘਰਸ਼ ਦੀ ਗੱਲ ਹੈ, ਕਿਸੇ ਵੀ ਸਮੇਂ ਦੇ ਵਿੱਚ, ਕਿਸੇ ਵੀ ਖਿੱਤੇ ਦੇ ਵਿੱਚ ਉਹਦਾ ਸੰਬੰਧ ਹੁੰਦਾ ਹੈ ਲੋਕ ਚੇਤਨਤਾ ਦੇ ਨਾਲ। ਕਿਉਂਕਿ ਆਖਿਰ ਡੈਮੋਕ੍ਰੇਸੀ ਕੀ ਚੀਜ਼ ਹੈ? ਜੇ ਇਹਦੀ ਸ਼ੁਰੂਆਤ ਮੌਜੂਦਾ ਸਮੇਂ ਦੇ ਵਿੱਚ 200 ਸਾਲ ਪਹਿਲਾਂ ਦੇਖੀ ਜਾਵੇ ਤਾਂ ਇਬਰਾਹਿਮ ਲਿੰਕਨ ਨੇ ਜਦੋਂ ਇਹ ਗੱਲ ਕਿਹਾ ਕਿ ਡੈਮੋਕ੍ਰੇਸੀ ਕੀ ਹੁੰਦੀ ਹੈ, ਉਹ ਕਹਿੰਦਾ ਲੋਕਾਂ ਦੀ, ਲੋਕਾਂ ਰਾਹੀਂ, ਲੋਕਾਂ ਲਈ ਚੁਣੀ ਹੋਈ ਸਰਕਾਰ ਨੂੰ ਡੈਮੋਕ੍ਰੇਸੀ ਕਹਿੰਦੇ ਨੇ। ਲੋਕਾਂ ਰਾਹੀਂ, ਲੋਕਾਂ ਦੀ, ਲੋਕਾਂ ਵਾਸਤੇ ਚੁਣੀ ਹੋਈ ਸਰਕਾਰ ਨੂੰ ਡੈਮੋਕ੍ਰੇਸੀ ਕਹਿੰਦੇ ਨੇ। ਕਿੰਨੀ ਕੁ ਦੇਰ ਇੰਡੀਅਨ ਸਟੇਟ ਦੁਨੀਆ ਦੇ ਵਿੱਚ ਇਹ ਪਖੰਡ ਜੀਵਤ ਰੱਖੂਗੀ ਕਿ ਅਸੀਂ ਲੋਕਾਂ ਰਾਹੀਂ ਤਾਂ ਚੁਣੇ ਜਾਂਦੇ ਆ ਪਰ ਲੋਕਾਂ ਲਈ ਨਹੀਂ ਕੰਮ ਕਰਦੇ। ਇਹ ਜਿਹੜਾ ਸੰਘਰਸ਼ ਹੈ ਨਾ, ਪੰਜਾਬ ਤੋਂ ਉੱਠਿਆ ਹੈ। ਆ ਪਿਛਲੇ ਦਿਨਾਂ ਦੇ ਵਿੱਚ 250 ਇੰਡੀਆ ਦੀਆਂ ਕਿਸਾਨ ਯੂਨੀਅਨਾਂ ਨੇ, ਇੰਡੀਆ ਦੀਆਂ, ਇਹਨੂੰ ਅਪਣਾ ਲਿਆ। ਹੁਣ ਲੋਕਾਂ ਦੀ ਸਰਕਾਰ ਤਾਂ ਨਹੀਂ ਹੋਊਗੀ ਨਾ, ਘੱਟੋ ਘੱਟ ਇਹ ਗੱਲ ਤਾਂ ਦੁਨੀਆ ਭਰ 'ਚ ਜਾਊਗੀ ਜੇ ਇਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰੂਗੀ। ਮੈਂ ਨਹੀਂ ਕਹਿੰਦਾ ਕਿ ਉਹ ਕਰ ਦੂਗੀ, ਕਿਉਂਕਿ ਜਿਸ ਡਿਕਟੇਟਰਸ਼ਿਪ ਸੋਚ ਦੇ ਨਾਲ ਨਰਿੰਦਰ ਮੋਦੀ 2014 ਤੋਂ ਤੁਰਿਆ ਆਉਂਦਾ ਹੈ, ਉਹਦੇ ਫੈਸਲੇ ਚਾਹੇ ਉਹ ਨੋਟਬੰਦੀ ਬਾਰੇ ਹੋਣ, ਚਾਹੇ GST ਬਾਰੇ ਹੋਣ, ਚਾਹੇ ਕੋਵਿਡ ਦੇ ਵਿੱਚ ਮੇਰੀਆਂ ਭੈਣਾਂ ਲੱਗਦੀਆਂ ਹੋਣਗੀਆਂ ਜਾਂ ਮੇਰੀਆਂ ਧੀਆਂ ਲੱਗਦੀਆਂ ਹੋਣਗੀਆਂ, ਸੜਕ ਤੇ ਬੱਚੇ ਜੰਮਦੀਆਂ ਹੋਣ, ਦੁਨੀਆ ਉਹਨਾਂ ਨੂੰ ਦੇਖਦੀ ਹੋਵੇ। ਜਿਹੜਾ ਹਕੂਮਤ ਉਸ ਬੇਸ਼ਰਮੀ ਨੂੰ ਵੀ ਅੱਖੋਂ ਓਲੇ ਕਰ ਗਿਆ, ਉਸ ਬੇਸ਼ਰਮ ਤਾਨਾਸ਼ਾਹ ਗੌਰਮੈਂਟ ਤੋਂ ਮੈਂ ਆਸ ਤਾਂ ਨਹੀਂ ਕਰਦਾ ਕਿ ਉਹ ਇਹਨਾਂ ਦੀ ਮਤਲਬ ਕਿ ਮੰਗ ਪੂਰੀ ਕਰ ਦੇਣਗੇ, ਕਿਉਂਕਿ ਇਹ ਲੋਕ ਕੀ ਸਮਝਣ ਲੱਗ ਜਾਂਦੇ ਨੇ, ਕਿਉਂ ਨਹੀਂ ਕਰਦੇ। ਇਹ ਇੰਡੀਅਨ ਆਰਮੀ ਨੂੰ ਆਪਣੀ ਆਰਮੀ ਸਮਝ ਲੈਂਦੇ ਨੇ, ਇੰਡੀਅਨ ਮਿਲਟਰੀ BSF CRP ਪੁਲਿਸ ਨੂੰ ਆਪਣੀ, ਵੀ ਅਸੀਂ ਉਹਨਾਂ ਰਾਹੀਂ ਦਬਾ ਦਾਂਗੇ। ਪਰ ਕਦੇ ਵੀ ਲੋਕ ਘੋਲ ਜਿਹੜੇ ਹੁੰਦੇ ਨੇ ਨਾ, ਵਕਤੀ ਤੌਰ ਤੇ ਤਾਂ ਦੱਬੇ ਜਾ ਸਕਦੇ ਨੇ ਪਰ ਸਦੀਵ ਤੌਰ ਤੇ ਨਹੀਂ ਦੱਬੇ ਜਾ ਸਕਦੇ। ਘੱਟੋ ਘੱਟ ਆਹ ਮੈਸੇਜ ਦੁਨੀਆ ਵਿੱਚ ਜਾ ਰਿਹਾ ਹੈ ਕਿ ਆਹ ਜਿਹੜੀ ਹਕੂਮਤ ਹੈ, ਆਹ ਲੋਕਾਂ ਰਾਹੀਂ ਚੁਣੀ ਜ਼ਰੂਰ ਗਈ ਹੈ, ਚਾਹੇ ਉਹਦੇ ਵਿੱਚ ਵੀ EVM ਦਾ ਘਪਲਾ ਹੈਗਾ,
ਪਰ ਫਿਰ ਵੀ ਇਹ ਲੋਕਾਂ ਵਾਸਤੇ ਕੁਝ ਨਹੀਂ ਕਰ ਰਹੀ। ਸੋ ਉਹ ਮੈਸੇਜ ਦਿਨੋਂ ਦਿਨ ਜਦੋਂ ਤੁਸੀਂ ਟੋਲ ਪਲਾਜ਼ਿਆਂ ਤੇ ਬੈਠੇ ਹੋ, ਸੜਕਾਂ ਤੇ ਬੈਠੇ ਹੋ, ਆਪਣੇ ਸੁੱਖ ਆਰਾਮ ਘਰ-ਬਾਰ ਛੱਡ ਕੇ ਬੈਠੇ ਹੋ, ਧੀਆਂ ਦਾ, ਭੈਣਾਂ ਦਾ, ਮਾਵਾਂ ਦਾ ਸੜਕਾਂ ਤੇ ਆ ਜਾਣਾ, ਇਸ ਯੁੱਗ ਦੇ ਵਿੱਚ ਬੱਚਿਆਂ ਦਾ ਆ ਜਾਣਾ, ਜਵਾਨ ਦਾ ਆ ਜਾਣਾ, ਅੱਡ-ਅੱਡ ਤਰੀਕੇ ਨਾਲ ਆ ਜਾਣਾ, ਇਹ ਕੋਈ ਛੋਟੀ ਜੀ ਗੱਲ ਨਹੀਂ ਹੈ। ਘੱਟੋ ਘੱਟ ਆਵਾਮ ਦੀ ਆਵਾਜ਼ ਇੱਕ ਹੋ ਗਈ। ਉਸ ਆਵਾਮ ਕਰਕੇ ਸੁਖਬੀਰ ਦੀ ਪਾਰਟੀ ਨੂੰ ਆਪਣੇ ਰਿਸ਼ਤੇ ਤੋੜਨੇ ਪਏ, ਇਹ ਇਫੈਕਟ ਹੈ। ਆਪਣਾ ਰੁਤਬਾ ਛੱਡਣਾ ਪਿਆ, ਇਹ ਇਫੈਕਟ ਹੈ। ਕਾਂਗਰਸ ਵੀ ਆਪਣਾ ਅਕਾਲੀ ਨਹੀਂ ਕਹਾਂਗਾ ਮੈਂ, ਬਾਦਲ ਦਲ ਤੇ ਆਪ ਪਾਰਟੀ ਤੇ ਨਾਲ ਬੈਂਸ, ਇਹਨਾਂ ਸਾਰਿਆਂ ਦੀਆਂ ਅਕਸਰ ਸੁਰਾਂ ਅੱਡ ਹੁੰਦੀਆਂ। ਅੱਜ ਵੀ ਅੱਡ ਨੇ ਵੀ ਅਸੀਂ ਰਾਸ਼ਟਰਪਤੀ ਕੋਲ ਜਾਵਾਂਗੇ ਕਿ ਨਹੀਂ ਜਾਵਾਂਗੇ, ਪਰ ਲੋਕਾਂ ਦਾ ਜਿਹੜਾ ਤੁਸੀਂ ਘੋਲ ਦੀ ਗੱਲ ਕੀਤੀ ਹੈ, ਸੰਘਰਸ਼ ਦੀ ਗੱਲ ਕੀਤੀ ਹੈ, ਉਹਨੇ ਇਹਨਾਂ ਨੂੰ ਮਜਬੂਰ ਕਰਤਾ ਕਿ ਵਿਧਾਨ ਸਭਾ ਦੇ ਵਿੱਚ ਇੱਕ ਮਤ ਹੋ ਜਾਓ। ਹਾਂ, ਤੇ ਹੋ ਗਏ। ਪਰ ਇੱਕ ਸਵਾਲ ਹੈ, ਇੱਕ ਮਤ ਦੀ ਤੁਸੀਂ ਗੱਲ ਕੀਤੀ ਹੈ, ਜੇ ਅਸੀਂ J&K ਦੀ ਗੱਲ ਕਰੀਏ, ਉੱਥੇ 6 ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਗਈਆਂ। ਜਿਹੜੀਆਂ 6 ਪੋਲੀਟੀਕਲ ਪਾਰਟੀਆਂ ਨੇ ਉਹ ਦੇਖਿਆ ਵੀ ਸਾਡੇ ਤੇ ਇੱਕ ਬਹੁਤ ਵੱਡਾ ਜ਼ੁਲਮ ਜਿਹਾ ਹੋ ਰਿਹਾ, ਸਾਨੂੰ ਆਪਣੇ ਘਰ ਦੇ ਵਿੱਚ ਕੈਦ ਕੀਤਾ ਹੋਇਆ, ਇਕੱਠੀਆਂ ਹੋ ਗਈਆਂ। ਪਰ ਜੇ ਕੈਦੀ 6 ਦੀ ਜਗ੍ਹਾ ਤੇ 12 ਵੀ ਇਕੱਠੇ ਹੋ ਜਾਣਗੇ ਤੇ ਕੀ ਕਰ ਲੈਣਗੇ? ਇਹਨਾਂ ਦਾ ਇਕੱਠੇ ਹੋਣ ਦਾ ਆਮ ਲੋਕਾਂ ਨੂੰ ਫਾਇਦਾ ਕੀ ਹੋਇਆ? ਦੇਖੋ, ਹਰ ਇੱਕ ਸਵਾਲ ਦੀ ਜੜ ਥੋੜੀ ਜਿਹੀ ਪਿੱਛੇ ਹੈ। ਜਿਹੜਾ ਅੱਜ ਸੈਂਟਰ ਮਨਮਾਨੀ ਕਰ ਰਿਹਾ ਹੈ, ਸਭ ਤੋਂ ਪਹਿਲਾਂ ਇਸ ਦੇਸ਼ ਦੇ ਵਿੱਚ ਸਿੱਖਾਂ ਨੇ ਇਹ ਮਹਿਸੂਸ ਕੀਤਾ ਸੀ ਜਦੋਂ ਉਹਨਾਂ ਨੇ ਅਨੰਦਪੁਰ ਦਾ ਮਤਾ ਡਿਜ਼ਾਈਨ ਕੀਤਾ ਕਿ ਰਾਜਾਂ ਨੂੰ ਖੁਦ ਮੁਖਤਿਆਰੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਜੀ। ਇਸ ਗੱਲ 1973 ਚ ਅਨੰਦਪੁਰ ਦਾ ਮਤਾ ਪਾਸ ਹੋਇਆ, 78 ਚ ਸੋਧਿਆ ਗਿਆ। ਜੇ 73 ਤੋਂ ਲਾਈਏ ਤਾਂ ਘੱਟੋ ਘੱਟ 48 ਸਾਲ ਬਣਦੇ ਨੇ ਅੱਜ। 48 ਸਾਲ ਇਸ ਦੇਸ਼ ਦੇ ਇੰਟੈਲੀਜੈਂਟ ਆਵਾਮ ਨੇ ਵੀ ਉਹ ਸਿੱਖਾਂ ਦੀ ਮੰਗ ਰੱਖੀ, ਜਦ ਕਿ ਉਹ ਲੋਕਾਂ ਦੀ ਮੰਗ ਸੀ। ਉਹਨੂੰ ਸਿੱਖਾਂ ਦੀ ਮੰਗ ਦੇ ਨਜ਼ਰੀਏ ਨਾਲ ਦੇਖਿਆ, ਕਿਉਂਕਿ ਪਰਸੈਪਸ਼ਨਸ ਬਣਾ ਦਿੱਤੀਆਂ ਜਾਂਦੀਆਂ ਨੇ। ਐਸੀ ਪਰਸੈਪਸ਼ਨ ਬਣਾਤੀ ਵੀ ਇਹ ਤਾਂ ਸਿੱਖਾਂ ਦੀ ਮੰਗ ਹੈ ਜੀ, ਜਦ ਕਿ ਉਹ ਸਿੱਖਾਂ ਦੀ ਮੰਗ ਨਹੀਂ ਸੀ। ਅਜੇ ਕਿ ਇੰਦਰਾ ਗਾਂਧੀ ਨੇ ਮਜਬੂਰ ਹੋ ਕੇ ਸਰਕਾਰੀਆ ਕਮਿਸ਼ਨ ਬਣਾਇਆ ਸੀ, ਸਟੇਟ ਸੈਂਟਰ ਰਿਲੇਸ਼ਨ ਕਿਹੋ ਜਿਹੇ ਹੋਣੇ ਚਾਹੀਦੇ ਨੇ। ਸੋ ਜਿਹੜਾ ਤੁਸੀਂ ਸੰਘਰਸ਼ ਦੀ ਗੱਲ ਕੀਤੀ ਆ, ਉਹਦਾ ਅਸਰ ਕਈ ਵਾਰ ਹਕੂਮਤਾਂ ਕਬੂਲ ਕਰ ਜਾਂਦੀਆਂ ਨੇ। ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਉਹ ਲਾਗੂ ਨਹੀਂ ਹੋਈ, ਕਿਉਂਕਿ ਉਹਨਾਂ ਨੂੰ ਲੱਗਾ ਨਹੀਂ, ਅਸੀਂ ਜਿਹੜੇ ਉੱਪਰਲੇ ਕੁਝ ਹੈਗੇ ਆ, ਇੰਡੀਅਨ ਸਟੇਟ ਦੀ ਜਿਹੜੀ ਹਿੰਦੂਤਵੀ ਸੋਚ ਹੈ ਉਹਨੂੰ ਪ੍ਰਮੋਟ ਕਰਨ ਵਾਸਤੇ ਸਾਨੂੰ ਸੈਂਟਰ ਨੂੰ ਹੋਰ ਮਜ਼ਬੂਤ ਕਰਨਾ ਪਏਗਾ। ਜਿਹੜਾ ਅਵੇਸਲੇ ਰਹੇ ਆ ਨਾ ਅਸੀਂ ਸਾਰੇ, ਕਿਉਂਕਿ ਪੰਜਾਬ ਗਿਣਤੀ ਪੱਖੋਂ ਤਾਂ ਬਹੁਤ ਥੋੜਾ ਹੈ ਜੀ। ਜਿਹੜਾ ਇੰਡੀਅਨ ਸਟੇਟ ਦੇ ਲੋਕ, ਮੈਂ ਪੰਜਾਬੀਆਂ ਦੀ ਗੱਲ ਕਰਾਂਗਾ, ਮੈਂ ਸਿੱਖਾਂ ਦੀ ਗੱਲ ਕਰਾਂਗਾ, ਸਿੱਖਾਂ ਨੇ ਤਾਂ ਆਪਣਾ ਫਰਜ਼ ਪੂਰਾ ਕੀਤਾ, ਪਰ ਜਿਹੜੇ ਸਿੱਖਾਂ ਦੇ ਸਭ ਤੋਂ ਵੱਡੇ ਦਲਾਲ ਸੀ ਬਾਦਲ ਟੋੜਾ, ਬਰਨਾਲਾ, ਲੋਂਗੋਵਾਲ, ਉਹ ਖਰੀਦ ਕੇ ਉਹਨਾਂ ਨੇ ਇਹਨੂੰ ਅੱਤਵਾਦ ਦਾ ਮੁੱਦਾ ਬਣਾ ਕੇ ਦੱਬਤਾ। ਪਰ ਉਹ ਦੱਬਿਆ ਨਹੀਂ ਗਿਆ, ਉਹ ਅੱਜ ਲੋਕਾਂ ਦੇ ਮੂੰਹੋਂ ਚੋਂ ਨਿਕਲ ਰਿਹਾ ਹੈ ਜੀ। ਇਹੀ ਮੈਂ ਕਿਹਾ ਕਿ ਲੋਕ ਸੰਘਰਸ਼ ਨੂੰ ਵਕਤੀ ਤੌਰ ਤੇ ਦਬਾਇਆ ਜਾ ਸਕਦਾ ਹੈ। ਵਕਤੀ ਤੌਰ ਤੇ ਜਿਹੜਾ 50 ਸਾਲ ਸੈਂਟਰ ਦਬਾ ਸਕਦੀ ਸੀ, ਉਹਨੂੰ ਤਾਂ ਫਾਇਦਾ ਹੋਗਾ ਕਿ ਸਾਰੀਆਂ ਸ਼ਕਤੀਆਂ ਉਹਨੇ ਆਪਣੇ ਕੋਲ ਲੈ ਗਿਆ। ਪਰ ਨੁਕਸਾਨ ਕਿਹਨੂੰ ਹੋਇਆ? ਨੁਕਸਾਨ ਉਹਨਾਂ ਨੂੰ ਹੋਇਆ ਜਿਨ੍ਹਾਂ ਨੇ ਇਹਨੂੰ ਅੱਖੋਂ ਓਹਲੇ ਕੀਤਾ। ਵਕਤ ਦੇ ਉੱਤੇ ਇਹੋ ਜਿਹੇ ਸੰਘਰਸ਼ ਜਿਹੜੇ ਅੱਜ ਹੋ ਰਹੇ ਨੇ, ਉਹ ਜਿਹੇ ਸੰਘਰਸ਼ ਜੇ ਅੱਜ ਤੋਂ 25 ਸਾਲ ਪਹਿਲਾਂ, 30 ਸਾਲ ਪਹਿਲਾਂ ਜਦੋਂ ਇਹਦੀ ਲੋੜ ਮਹਿਸੂਸ ਕੀਤੀ ਗਈ ਸੀ, ਜਦੋਂ ਐਮਰਜੈਂਸੀ ਲਾਤੀ ਸੀ ਇੰਦਰਾ ਗਾਂਧੀ ਨੇ, ਉਸ ਵਕਤ ਤੋਂ ਲਗਾਤਾਰ ਜੇ ਜੈ ਪ੍ਰਕਾਸ਼ ਨਾਰਾਇਣ ਨੇ ਕੀਤਾ ਤਾਂ ਉਹਨਾਂ ਨੇ ਵੀ ਸਿਰਫ ਰਾਜ ਪਲਟੇ ਤੱਕ ਸੀਮਿਤ ਰੱਖੀ ਗੱਲ। ਇੱਕ ਤਾਂ ਉਹ ਬਜ਼ੁਰਗ ਹੋ ਗਏ ਸੀ, ਇੱਕ ਜਿਹੜੇ ਉਹਨਾਂ ਨਾਲ ਸੰਘਰਸ਼ ਕਰ ਰਹੇ ਸੀ ਉਹਨਾਂ ਸਾਰਿਆਂ ਨੂੰ ਰਾਜ ਮਿਲ ਗਿਆ, ਸਣੇ ਬਾਦਲ। ਸੋ ਉਹਨਾਂ ਨੇ ਰਾਜ ਦੇ ਸੁੱਖ ਕਰਕੇ ਅਸਲੀ ਮੁੱਦਾ ਜਿਹੜਾ ਖੁਦ ਮੁਖਤਿਆਰੀ ਦਾ ਜਾਂ ਸਟੇਟਾਂ ਨੂੰ ਜ਼ਿਆਦਾ ਅਧਿਕਾਰ ਦਾ ਮੁੱਦਾ ਜਿਹੜਾ ਹੈ ਉਹਨੂੰ ਪਿੱਛੇ ਕਰਤਾ, ਤੇ ਅੱਜ ਉਹੀ ਸਾਡੇ ਗਲੇ ਦੀ ਹੱਡੀ ਬਣ ਗਿਆ। ਮੈਂ ਤੁਹਾਡੀ ਗੱਲ ਦਾ ਜਵਾਬ ਇਹ ਸਿੱਧੇ ਰੂਪ 'ਚ ਦਿੰਨਾ ਕਿ ਜਿਹੜਾ ਤੁਸੀਂ ਕਹਿੰਦੇ ਤਾਂ ਕੋਈ ਫਰਕ ਪਏਗਾ, ਫਰਕ ਜੇ ਦੇਖਣਾ ਹੋਇਆ ਤਾਂ ਐਨਾਲਿਸਿਸ ਕਰਨੇ ਪੈਣਗੇ। ਸੈਮੀਨਾਰ ਕੇਵਲ ਜਜ਼ਬਾਤੀ ਸਪੀਚਾਂ ਕਿਸੇ ਵੀ ਮੁੱਦੇ ਦਾ ਅਵੇਅਰਨੈਸ ਹੋ ਸਕਦੀਆਂ ਨੇ, ਹੱਲ ਨਹੀਂ ਹੋ ਸਕਦੀਆਂ। ਅੱਜ ਵੀ ਮੈਂ ਇਹ ਗੱਲ ਕਹਿਣਾ, ਤੁਸੀਂ ਪੁੱਛਿਆ, ਇਸ ਤੋਂ ਜ਼ਿਆਦਾ ਵੱਡੀ ਪੱਧਰ ਤੇ ਪੰਜਾਬ ਨਹੀਂ ਉੱਠ ਸਕਦਾ, ਪਰ ਉੱਠੇ ਹੋਏ ਨੂੰ ਕਿਸੇ ਭਾਂਡੇ ਵਿੱਚ ਪਾਉਣਾ, ਹਜੇ ਉਹੋ ਜਿਹੀ ਲੀਡਰਸ਼ਿਪ ਮੈਨੂੰ ਨਹੀਂ ਦਿਸ ਰਹੀ। ਕੋਈ ਤਾਂ ਕੇਵਲ ਹਰੀਆਂ ਪੱਗਾਂ ਬੰਨ੍ਹ ਕੇ ਇਹ ਦਾਅਵਾ ਕਰਦੇ ਨੇ ਕਿ ਸਿਰਫ ਕਿਸਾਨਾਂ ਦਾ ਮਸਲਾ ਹੈ, ਕੋਈ ਕਹਿੰਦਾ ਇਹ ਖੁਦ ਮੁਖਤਿਆਰੀ ਦਾ ਮਸਲਾ ਹੈ, ਕੋਈ ਕਹਿੰਦਾ ਵੀ ਇਹ ਖਾਲਿਸਤਾਨ ਦਾ ਮਸਲਾ ਹੈ, ਕੋਈ ਹੋਰ ਵੀ ਕੋਈ ਕਹਿ ਸਕਦਾ ਹੈ, ਪਰ ਨਹੀਂ।
ਸਾਨੂੰ ਸਿਰ ਜੋੜ ਕੇ ਅੱਡ ਵਿਚਾਰਾਂ ਦੇ ਬਾਵਜੂਦ ਵੀ ਬੈਠਣਾ ਪੈਣਾ ਤੇ ਇੱਕ ਸਾਂਝੀ ਲੀਡਰਸ਼ਿਪ ਜਿਹੜੀ ਖਾਸ ਕਰਕੇ ਸਾਡੀ ਹੋਂਦ ਦੇ ਉੱਤੇ ਅਟੈਕ ਕਰਦੀ ਆ ਬਾਰ-ਬਾਰ ਇੰਡੀਅਨ ਸਟੇਟ। ਸਿੱਖ ਤੇ ਪੰਜਾਬੀ ਐਂ ਸੋਚਣ, ਬਾਕੀ ਜਿਹੜੇ ਇੰਡੀਆ ਦੇ ਕਿਸਾਨ ਨੇ ਉਹ ਵੀ ਕੇਵਲ ਕਿਸਾਨੀ ਮੁੱਦਿਆਂ ਤੱਕ ਸੀਮਤ ਨਾ ਰਹਿਣ। ਅੱਜ ਜੇ ਸੈਂਟਰ ਨੇ ਇਹ ਕਾਨੂੰਨ ਪਾਸ ਕਰਤੇ, ਕੀ ਗਰੰਟੀ ਆ ਕੱਲ ਕੋਈ ਹੋਰ ਕਾਨੂੰਨ ਵੀ ਪਾਸ ਕਰਨਗੇ? ਉਹ ਖਿੱਤਿਆਂ ਵਿੱਚ ਲੈ ਜਾਣ ਆਪਣੀਆਂ ਪਾਵਰਾਂ ਨੂੰ, ਆਪਣੇ ਕੋਲ ਰੱਖਣ, ਤਾਂ ਜੋ ਤੁਸੀਂ ਜਦੋਂ ਲੋੜ ਪਵੇ। ਅਮਰੀਕਾ ਵੀ ਤਾਂ ਦੇਸ਼ ਰਹਿ ਰਿਹਾ ਹੈ, ਅੱਜ ਦੁਨੀਆ ਦਾ ਪਾਵਰਫੁਲ ਦੇਸ਼ ਹੈ, ਪਰ ਉੱਥੇ ਫੈਡਰਲ ਸਿਸਟਮ ਹੈਗਾ, ਉੱਥੇ ਕੀ ਨੁਕਸਾਨ ਹੋ ਰਿਹਾ ਹੈ? ਉੱਥੇ ਫਾਇਦਾ ਹੀ ਹੋ ਰਿਹਾ ਹੈ। ਟੈਕਸਾਸ ਦਾ ਕਾਨੂੰਨ ਹੋਰ ਹੋ ਸਕਦਾ ਹੈ, ਕੈਲੀਫੋਰਨੀਆ ਦਾ ਹੋਰ ਹੋ ਸਕਦਾ ਹੈ, ਨਿਊਯਾਰਕ ਦਾ ਹੋਰ ਹੋ ਸਕਦਾ ਹੈ, ਵਾਸ਼ਿੰਗਟਨ ਦਾ ਹੋਰ ਹੋ ਸਕਦਾ ਹੈ। ਉਹ ਹੈ, ਪਰ ਉਹਦੇ ਬਾਵਜੂਦ ਵੀ ਉਹ ਇਕੱਠੇ ਨੇ। ਦੇ ਆਰ ਯੂਨਾਈਟਿਡ, ਦੇਅਰ ਨੇਮ ਇਜ਼ ਯੂਨਾਈਟਿਡ ਸਟੇਟਸ ਆਫ ਅਮਰੀਕਾ। ਅਮਰੀਕਾ ਦੀਆਂ ਅੱਡ ਸਟੇਟਾਂ ਇਕੱਠੀਆਂ ਹੋਈਆਂ। ਤੇ ਇੱਥੇ ਵੀ ਤੁਸੀਂ ਪਟੇਲ ਦੀ ਹਿਸਟਰੀ ਪੜ੍ਹ ਲਓ, ਉਹਨੇ 47 ਤੋਂ ਬਾਅਦ ਅੱਡ ਸਟੇਟਾਂ, ਜਿਵੇਂ ਪਟਿਆਲਾ ਰਿਆਸਤ ਹੈ, ਹੈਦਰਾਬਾਦ ਰਿਆਸਤ ਹੈ, ਜੂਨਾਗੜ੍ਹ ਰਿਆਸਤ ਹੈ, ਬੰਗਾਲ ਰਿਆਸਤ ਹੈ, ਉਹਨਾਂ ਨੂੰ ਇਕੱਠੇ ਕੀਤਾ। ਦੇ ਆਰ ਆਲਸੋ ਯੂਨਾਈਟਿਡ। ਤੇ ਉਹਨਾਂ ਦਾ ਫੈਡਰਲ ਸਰੂਪ ਕਿਉਂ ਖਤਮ ਕਰ ਰਹੇ ਹੋ? ਸੋ ਇਹ ਗੱਲ ਅੱਗੇ ਆ ਕੇ ਬਹੁਤ ਵੱਡੀ ਆ, ਜਦੋਂ ਕੇਵਲ ਆਪਾਂ ਫੈਡਰਲ ਸਿਸਟਮ ਦੇ ਉੱਤੇ ਗੱਲ ਕਰਾਂਗੇ। ਅੱਜ ਦੇ ਸੰਦਰਭ ਦੇ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਇਸ ਸੰਘਰਸ਼ ਨੂੰ ਕਿਸੇ ਦਾਇਰੇ ਵਿੱਚ ਆਪਾਂ ਇਕੱਠਾ ਕਰੀਏ ਕਿ ਐਕਚੁਅਲੀ ਸਾਡੀਆਂ ਡਿਮਾਂਡਸ ਕੀ ਨੇ। ਕੇਵਲ 3 ਬਿੱਲਾਂ ਨਾਲ, 3 ਬਿੱਲਾਂ ਤੋਂ ਪਹਿਲਾਂ ਵੀ ਸੁਸਾਈਡ ਹੋ ਰਹੇ ਸੀ, ਔਰ ਵੱਡੀ ਪੱਧਰ ਤੇ ਪੰਜਾਬ ਦੇ ਬੜੀ ਠੱਪ ਪਈ ਹੈ। ਸਰਦਾਰ ਇੰਦਰਜੀਤ ਸਿੰਘ ਜੇਜੀ ਸਾਹਿਬ ਨੇ ਇਹਦੇ ਤੇ ਬੜਾ ਜ਼ਮਾਨਾ ਪਹਿਲਾਂ ਕਿਤਾਬ ਲਿਖ ਦਿੱਤੀ ਸੀ। 15 ਸਾਲ ਪਹਿਲਾਂ ਮੈਂ ਪੜ੍ਹੀ ਉਹਨਾਂ ਦੀ ਕਿਤਾਬ। ਮੈਂ ਸੈਮੀਨਾਰ ਲਹਿਰੇ ਗਾਗੇ ਦੇ ਵਿੱਚ ਅਟੈਂਡ ਕਰਕੇ ਆਇਆ, ਜਦੋਂ ਉਹਨਾਂ ਨੇ ਖੁਦਕਸ਼ੀਆਂ ਦੇ ਉੱਪਰ ਵਰਕ ਕੀਤਾ। ਇੰਦਰਜੀਤ ਸਿੰਘ ਜੇਜੀ ਸਕੇ ਮਾਮਾ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਦੇ, ਉਹ MLA ਵੀ ਰਹੇ ਨੇ, ਪਰ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ। ਤੇ ਹਿਊਮਨ ਰਾਈਟਸ ਦੀਆਂ ਉਹਨਾਂ ਦੀਆਂ ਕਿਤਾਬਾਂ ਅੱਜ ਵੀ ਜਗਤ ਪ੍ਰਸਿੱਧ ਨੇ, ਭਾਵੇਂ ਪੰਜਾਬ ਦੇ ਬਹੁਤੇ ਲੋਕਾਂ ਨੂੰ ਨਹੀਂ ਪਤਾ। ਉਹਨਾਂ ਨੇ 20 ਸਾਲ ਪਹਿਲਾਂ ਇਹਦੇ ਤੇ ਸੈਮੀਨਾਰ ਕਰਾਏ ਨੇ। ਮੈਂ ਲਹਿਰਾ ਗਾਗਾ ਉਸ ਵਕਤ ਬਹੁਤ ਬੈਕਵਰਡ ਜਿਹਾ ਇਲਾਕਾ ਸੀ, ਉੱਥੇ ਜਾ ਕੇ ਸੈਮੀਨਾਰ ਅਟੈਂਡ। ਮੇਰਾ ਮਤਲਬ ਕਹਿਣ ਤੋਂ ਕੀ ਹੈ ਕਿ ਇਹਨਾਂ ਬਿੱਲਾਂ ਤੋਂ ਪਹਿਲਾਂ ਵੀ ਅਸੀਂ ਕੋਈ ਬਹੁਤੇ ਵਧੀਆ ਤਰੀਕੇ ਨਾਲ ਖੇਤੀ ਨਹੀਂ ਕਰ ਰਹੇ, ਪਰ ਹੁਣ ਕਿਉਂਕਿ ਉਹ ਕਹਿੰਦੇ ਵੀ ਪਾਣੀ ਸਿਰ ਤੋਂ ਲੰਘ ਗਿਆ ਕਿ ਕੰਟਰੈਕਟ ਫਾਰਮਿੰਗ ਦੇ ਨਾਲ ਇਹ ਸਾਡੀ ਜ਼ਮੀਨ ਵੀ ਇੱਥੇ ਆਉਣ ਲੱਗੇ ਨੇ, ਜਾਂ MSP ਦੇ ਉੱਤੇ ਕੋਈ ਫਸਲਾਂ ਦੇ ਅੱਡ ਸਰੂਪਾਂ ਨੂੰ ਗਰੰਟੀ ਨਹੀਂ ਕਰ ਰਹੇ। ਉਹ ਜਿਹੜੀਆਂ ਗੱਲਾਂ ਨੇ ਉਹ ਸਾਡੇ ਲਈ ਘਾਤਕ ਨੇ। ਸੋ ਇਹਦੇ ਕਰਕੇ ਅਸੀਂ ਆ ਤਾਂ ਗਏ ਹਾਂ ਸੜਕਾਂ ਤੇ, ਪਰ ਨਾ ਤਾਂ ਕੌਮ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਹਮੇਸ਼ਾ ਲਈ ਸੜਕਾਂ ਤੇ ਬੈਠ ਸਕਦੀ ਹੈ। ਕੋਈ ਖਿੱਤਾ ਬਹੁਤ ਔਖਾ ਹੈ ਨਾ ਜੀ। 10 ਸਾਲ ਬੈਠ ਜਾਾਂਗੇ, ਮੈਂ ਤਾਂ ਐ ਵੱਡੀ ਐਵੇਂ ਮਾਰ ਦਿੰਦਾ ਇੱਕ ਗੱਲ, ਮੈਂ 10 ਸਾਲ ਬੈਠ ਜਾਾਂਗੇ, ਜੇ 10 ਸਾਲ ਵੀ ਨਾ ਮੰਨੀ ਸਟੇਟ ਫੇਰ ਆਖਰ। ਕਿਉਂਕਿ ਉਹ ਗੱਲ ਮੈਂ ਦੁਬਾਰਾ ਕਰਕੇ ਖਤਮ ਕਰਨਾ ਚਾਹੁੰਦਾ, ਸਟੇਟ ਨੂੰ ਇੰਨਾ ਦਿਵਾਲੀਆ ਕਰਤਾ ਕਿ ਅੱਜ ਚਾਹੁੰਦੇ ਹੋਏ ਵੀ ਸਟੇਟ ਆਪਣੇ ਜ਼ਿਮੀਂਦਾਰ ਦੀ ਫਸਲ ਨਹੀਂ ਖਰੀਦ ਸਕਦਾ। ਦੇ ਡੋਂਟ ਹੈਵ ਮਨੀ। ਉਹਨੂੰ ਕਿਸੇ ਨਾ ਕਿਸੇ ਲੈਵਲ ਤੇ ਸੈਂਟਰ ਕੋਲ ਹੱਥ ਜੋੜਨੇ ਪੈਣਗੇ ਕਿ ਸਾਨੂੰ ਪੈਸੇ ਰਿਲੀਜ਼ ਕਰੋ, ਅਸੀਂ ਕਣਕ ਚੁੱਕਣੀ ਹੈ, ਚੁਕਵਾਉਣੀ ਹੈ, ਤੁਹਾਨੂੰ ਚੁਕਵਾਉਣੀ ਹੈ। ਸਿਰਫ ਇੱਕ ਵਿਚੋਲੇ ਦਾ ਕੰਮ ਰਹਿ ਗਿਆ। ਪੈਸਾ ਆਊਗਾ, ਸਟੇਟ ਆਪਣੇ ਮੰਡੀਕਰਨ ਦੇ ਰਾਹੀਂ ਫਸਲ ਨੂੰ ਕਰਕੇ ਤੁਹਾਨੂੰ FCI ਨੂੰ ਦੇ ਦੇਗੀ। ਬਸ ਦਿਸ ਇਜ਼ ਦਾ ਰੋਲ। ਉਹ ਰੋਲ ਵੀ ਖੋਣਾ ਚਾਹੁੰਦੇ ਨੇ। ਕਿ ਸਟੇਟ ਦੇ ਕੋਲ ਕੋਈ ਐਸਾ ਅਧਿਕਾਰ ਨਹੀਂ ਕਿ ਸਟੇਟ ਉਸ ਬਿੱਲ ਨੂੰ ਰੱਦ ਕਰ ਦੇਵੇ? ਇਕੱਲਾ ਅਧਿਕਾਰ ਤਾਂ ਕੁਝ ਨਹੀਂ ਕਰੇਗਾ ਨਾ। ਮੈਂ ਤੁਹਾਨੂੰ ਪ੍ਰੈਕਟੀਕਲ ਪਾਵਰ ਦੀ ਗੱਲ ਕਰਦਾ। ਰੱਦ ਤਾਂ ਕਰ ਸਕਦਾ ਸੀ, ਜਿੰਨਾ ਕਰ ਸਕਦਾ ਸੀ ਉਹ ਪੰਜਾਬ ਨੇ ਕਰਤਾ। ਉਸ ਤੋਂ ਬਾਅਦ ਉਹ ਕਰ ਨਹੀਂ ਸਕਦਾ ਸੀ। ਉਹ ਕਰਨ ਨੂੰ ਮੈਂ ਇਹ ਕਹਾਂਗਾ ਕਿ ਉਹਨੇ ਸਿਰਫ ਇਹ ਦੱਸਿਆ ਕਿ ਸਾਡੀ ਭਾਵਨਾ ਕੀ ਹੈ। ਭਾਵਨਾ ਤਾਂ ਲੋਕ ਵੀ ਪ੍ਰਗਟ ਕਰ ਰਹੇ ਨੇ। ਚਲੋ ਮੈਂ ਚੰਗੀ ਗੱਲ ਸਮਝਦਾ ਕਿ ਸਟੇਟ ਨੇ ਵੀ ਉਸ ਲੋਕ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਤਾ ਵੀ ਚੁਣੀ ਹੋਈ ਸਰਕਾਰ ਵੀ ਨਹੀਂ ਚਾਹੁੰਦੀ ਕਿ ਪੰਜਾਬ ਦੇ ਨਾਲ ਇਹੋ ਜਿਹਾ ਵਤੀਰਾ ਕੀਤਾ ਜਾਵੇ ਖੇਤੀ ਬਿੱਲਾਂ ਬਾਰੇ। ਪਰ ਸਟੇਟ ਇਹ ਵੀ ਤਾਂ ਕਹੇ ਕਿ ਸਾਨੂੰ ਦਿਵਾਲੀਆ ਕਿਹਨੇ ਕੀਤਾ ਹੈ? ਜਿਸ ਸਿਸਟਮ ਨੇ ਸਾਨੂੰ ਦਿਵਾਲੀਆ ਕਰਕੇ ਗੁਲਾਮ ਕਰਤਾ ਹੈ। ਅੱਜ ਮੈਂ ਦੇਖਦਾ ਚੌਥੇ ਦਿਨ ਵਿੱਤ ਮੰਤਰੀ ਕਹਿ ਰਿਹਾ ਹੁੰਦਾ ਵੀ ਸਾਡੀ ਜੀ GST ਨਹੀਂ ਦਿੱਤੀ ਜੀ। ਤੁਹਾਡਾ ਟੈਕਸ ਤੁਹਾਡੇ ਜੇਬ ਚੋਂ ਕੱਢ ਕੇ ਪਹਿਲਾਂ ਸੈਂਟਰ ਕੋਲ ਜਾਊਗਾ, ਸੈਂਟਰ ਨੂੰ ਤੁਸੀਂ ਉਡੀਕੋਗੇ, ਫਿਰ ਸੋ ਗੱਲ ਤਾਂ ਪੈਸੇ ਤੇ ਮੁੱਕਣੀ ਹੈ ਨਾ। ਜਿਹੜੀ ਚੀਜ਼ ਪੈਸੇ ਤੇ ਮੁੱਕਣੀ ਹੈ ਉਹ ਪੈਸੇ ਨਾਲ ਹੀ ਮੁੱਕਣੀ ਹੈ। ਜੇ ਉਹ ਪੈਸੇ ਵਾਲੀ ਗੱਲ ਸਾਡੇ ਵੱਸ ਹੈ ਹੀ ਨਹੀਂ, ਅਸੀਂ ਤਾਂ ਚੌਥੇ ਦਿਨ ਕਟੋਰਾ ਜਿਹਾ ਲੈ ਕੇ ਚਲੇ ਜਾਂਦੇ ਹਾਂ ਸੈਂਟਰ ਕੋਲ
ਕੋਈ ਵੀ ਸਟੇਟ ਹੋਵੇ ਵੀ ਸਾਡਾ GST ਰਿਲੀਜ਼ ਕਰ ਦਿਓ ਜੀ, ਉਹ ਕਹਿੰਦੇ ਲੋਨ ਦੇ ਦਾਂਗੇ, ਹਜੇ ਰਿਲੀਜ਼ ਨਹੀਂ ਕਰ ਸਕਦੇ। ਕੁਝ ਟੈਕਨੀਕਲ ਉਣਤਾਈਆਂ ਨੇ, ਇਹ ਇੱਕ ਲਾਈਨ ਹੈ, ਉਹਨਾਂ ਟੈਕਨੀਕਲ ਉਣਤਾਈਆਂ ਕਰਕੇ ਸਟੇਟ ਦੇ ਲੋਕ ਭੁੱਖੇ ਮਰਨ, ਉਹਨਾਂ ਨੂੰ ਤਨਖਾਹਾਂ ਨਾ ਮਿਲਣ। ਜੇ GST ਨਹੀਂ ਆਏਗੀ, ਸਟੇਟ ਕਹੇਗੀ ਜੀ ਆਈ ਨਹੀਂ GST, ਮੈਂ ਤਨਖਾਹਾਂ ਕਿੱਥੇ ਦੇਵਾਂ। ਸੋ ਸਾਰੀਆਂ ਗੱਲਾਂ ਦਾ ਇੱਥੇ ਹੀ ਮੁੱਕਦਾ ਆ ਕੇ ਗੱਲ, ਜਦ ਤੱਕ ਖੁਦ ਮੁਖਤਿਆਰੀ ਸਟੇਟ ਨੂੰ ਨਹੀਂ ਮਿਲੇਗੀ, ਉਹਦੇ ਆਰਥਿਕ ਵਸੀਲੇ ਉਹਦੇ ਕੁਝ ਆਪਣੇ ਵੀ ਹੋਣਗੇ। ਪਰ ਜਿਹੜੀ ਤੁਸੀਂ ਖੁਦ ਮੁਖਤਿਆਰੀ ਤੁਸੀਂ ਕਹਿੰਦੇ ਸਟੇਟ ਨੂੰ ਨਹੀਂ ਮਿਲੇਗੀ, ਜਦੋਂ ਸਟੇਟ ਨੂੰ ਚਲਾਉਣ ਵਾਲੇ ਆਗੂ ਜਿਹੜੇ ਨੇ ਉਹ ਪਹਿਲਾਂ ਹੀ ਜਾ ਕੇ ਕੇਂਦਰ ਦੇ ਹੇਠਾਂ ਲੰਮੇ ਪੈਣਗੇ ਤੇ ਫਿਰ ਖੁਦ ਮੁਖਤਿਆਰੀ ਮਿਲੀ ਵੀ ਕਿਸੇ ਕੰਮ ਨਹੀਂ ਆਉਣੀ। ਬਿਲਕੁਲ, ਇਹ ਸਵਾਲ ਵੀ ਆ ਤੇ ਜਵਾਬ ਵੀ ਆ, ਤੇ ਮੈਂ ਸਹਿਮਤ ਹਾਂ। ਤੁਸੀਂ ਸਵਾਲ ਵੀ ਕੀਤਾ ਹੈ, ਜਵਾਬ ਵੀ ਦਿੱਤਾ ਹੈ। ਇਹ 50 ਸਾਲ ਦਾ ਇੱਕ ਦਿਨ ਦਾ ਅਖਬਾਰ ਚੁੱਕੋ, ਕਦੇ ਤਾਂ ਆਵਾਜ਼ਾਂ ਆਉਂਦੀਆਂ ਨੇ ਕਿ ਅਸੀਂ ਸਰਕਾਰ ਦੀ ਇਹ ਗੱਲ ਨਹੀਂ ਮੰਨਣੀ, ਅਗਲੇ ਹੀ ਕੁਝ ਦਿਨਾਂ ਵਿੱਚ ਉਹ ਗੱਲ ਮੰਨੀ ਜਾਂਦੀ ਹੈ। ਭਾਵ ਉਹ ਜਿਹੜਾ ਟਾਈਮ ਹੈ ਸੌਦੇਬਾਜ਼ੀ ਦਾ। ਬਾਦਲ, ਅਮਰਿੰਦਰ, ਦਰਬਾਰਾ ਸਿੰਘ, ਲੌਂਗੋਵਾਲ, ਬਰਨਾਲਾ, ਬੇਅੰਤ ਸਿੰਘ, ਫਿਰ ਦੁਬਾਰਾ ਬਾਦਲ, ਫਿਰ ਦੁਬਾਰਾ ਅਮਰਿੰਦਰ, ਇਹ ਮੈਂ ਆਪਣੀ ਅੱਖੀਂ ਦੇਖੇ ਨੇ ਕਿ ਕੇਵਲ ਤੇ ਕੇਵਲ ਜਾਂ ਪੰਜਾਬ ਵੇਚਦੇ ਨੇ ਜਾਂ ਸਿੱਖੀ ਵੇਚਦੇ ਨੇ। ਜਿਹੜੀ ਦੋਨਾਂ ਚੀਜ਼ਾਂ ਦੀ ਲੋੜ ਹੈਗੀ ਆ ਉਹਨੂੰ, ਦਿੱਲੀ ਨੂੰ, ਤੇ ਉਹਨੂੰ ਇਹ ਵੀ ਦਰਬਾਰ ਸਾਹਿਬ ਤੇ ਹਮਲੇ ਦੇ ਉੱਤੇ ਵੀ ਕਾਰਨ ਇਹੀ ਸੀਗਾ, ਅਸੀਂ ਡਿਸਕਸ ਵੀ ਕਈ ਵਾਰੀ ਕੀਤਾ ਹੈ। ਤੁਹਾਡੀਆਂ ਫਸਲਾਂ ਨਾਲੋਂ ਜ਼ਿਆਦਾ ਲੋੜ ਇਹਨਾਂ ਚੀਜ਼ਾਂ ਦੀ ਹੈ। ਦੇਖੋ, ਉਹਨਾਂ ਨੂੰ ਐ ਵੀ ਜੇ ਇਹਨਾਂ ਦੀ ਮੰਗ ਪੂਰੀ ਕੀਤੀ ਜਾਏ ਤਾਂ ਇਹ ਖੁਦ ਮੁਖਤਿਆਰ ਹੋ ਜਾਣਗੇ। ਇਹ ਕਹਿਣਗੇ ਅਸੀਂ ਤੁਹਾਨੂੰ ਕੀ ਸਿਆਣਦੇ ਹਾਂ, ਪਰ ਉਹਨਾਂ ਨੇ ਸਾਨੂੰ ਕਿਉਂਕਿ ਗੁਲਾਮ ਕਰਨਾ ਹੈ। ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਵੀ ਜਦੋਂ ਆਪਾਂ ਕਰਦੇ ਹਾਂ ਨਾ, ਉੱਥੇ ਵੀ ਸਾਨੂੰ ਗੁਲਾਮ ਕਰਨ ਦੀ ਗੱਲ ਸੀ। ਹੁਣ ਸਟੇਟਾਂ ਅਸਿੱਧੇ ਤੌਰ ਤੇ ਤਾਂ ਗੁਲਾਮ ਹੋ ਗਈਆਂ। ਮੈਂ ਪੰਜਾਬ ਦੀ ਗੱਲ ਕਰਦਾ, ਪੰਜਾਬ ਗੁਲਾਮ ਹੋ ਗਿਆ। ਜਿਹੜੀਆਂ ਗੱਲਾਂ ਮੈਂ GST ਤੇ ਦੂਜੇ ਤੀਜੀਆਂ ਕੀਤੀਆਂ ਨੇ, ਤੇ ਉਸ ਤੋਂ ਪਹਿਲਾਂ ਕਈ ਹੋਰ ਗੱਲਾਂ ਨੇ। ਜੇ ਪੰਜਾਬੀ ਬੋਲਦੇ ਇਲਾਕਿਆਂ ਤੇ ਧਰਮਯੁੱਧ ਮੋਰਚਾ ਲੱਗਿਆ, ਤੇ ਧਰਮਯੁੱਧ ਮੋਰਚੇ ਦਾ ਸਿਖਰ ਤਾਂ ਉਦੋਂ ਹੋ ਗਿਆ ਕਿ ਜਦੋਂ ਸਾਡੀ ਮੰਗ ਮੰਨਣ ਦੀ ਬਜਾਏ ਉਲਟਾ ਸਾਨੂੰ ਸ਼ਹਾਦਤ ਵੱਲ ਵੀ ਜਾਣਾ ਪਿਆ, ਤੇ ਆਪਣਾ ਦਰਬਾਰ ਸਾਹਿਬ ਵੀ ਉਹਨਾਂ ਨੇ ਸਾਡਾ ਢਾਤਾ। ਉਸ ਤੋਂ ਬਾਅਦ ਜਿਹੜੀ ਲੀਡਰਸ਼ਿਪ ਆਈ, ਉਹ ਉਸ ਧਰਮਯੁੱਧ ਮੋਰਚੇ ਦੀਆਂ ਮੰਗਾਂ ਨੂੰ ਹੀ ਭੁੱਲ ਗਈ। ਭਾਵ ਆਪਣੇ ਆਪ ਨੂੰ ਵੇਚਤਾ। ਜਦੋਂ ਤੁਸੀਂ ਵੇਚ ਦਿੱਤਾ, ਉਹਦੇ ਕੋਲ ਜਿਹੜਾ ਪਹਿਲਾਂ ਹੀ ਤੁਹਾਨੂੰ ਖਤਮ ਕਰਨਾ ਚਾਹੁੰਦਾ ਸੀ, ਫਿਰ ਤੁਸੀਂ ਕਿਵੇਂ ਕਰੋਗੇ ਕਿ ਅਸੀਂ ਖੁਦ ਮੁਖਤਿਆਰੀ ਲੈਣੀ ਹੈ। ਮੈਂ ਬਾਦਲ ਨੂੰ ਫਿੱਟੇ ਮੂੰਹ ਜਾਂ ਲੱਖ ਲਾਂਤ ਨਹੀਂ ਕਹਿੰਦਾ, ਮੈਂ ਇੱਕ ਸਵਾਲ ਕਰਦਾ ਉਹਨੂੰ, ਦੁਨੀਆ ਭਰ ਦਾ ਫਿੱਟੇ ਮੂੰਹ ਤੇਰੇ ਤੇ, ਜਿਹਨੇ ਸਿੱਖ ਕੌਮ ਸਟੇਟਾਂ ਨੂੰ ਵੱਧ ਅਧਿਕਾਰ ਦੇਣ ਤੇ ਮਰਵਾਈ, ਤੇ ਤੂੰ ਅੱਜ ਜੰਮੂ ਕਸ਼ਮੀਰ ਦੀ ਜਦੋਂ ਖੁਦ ਮੁਖਤਿਆਰੀ 370 ਰਾਹੀਂ ਖਤਮ ਕੀਤੀ, ਤੂੰ ਉਸ ਕੈਬਨਿਟ ਦਾ ਹਿੱਸਾ ਸੀ। ਤੂੰ ਧਰਮਯੁੱਧ ਮੋਰਚੇ ਦੀ ਕੀ ਗੱਲ, ਤੂੰ ਅਨੰਦਪੁਰ ਦੇ ਮਤੇ ਦੀ ਕੀ ਗੱਲ ਕਰੇਗਾ? ਤੂੰ ਕਿਵੇਂ ਦਾਅਵਾ ਕਰੇਗਾ ਕਿ ਮੈਂ ਇੰਡੀਅਨ ਸਟੇਟ ਦੇ ਵਿੱਚ ਸਿੱਖ ਮਿਲਟਰੀ ਨੂੰ ਕਿਹਾ ਸੀ ਵੀ ਤੁਸੀਂ ਛੱਡ ਦਿਓ ਓਏ? ਕਿਉਂ ਕਿਹਾ ਸੀ? ਕਿਉਂਕਿ ਉਹ ਚਾਹੁੰਦਾ ਸੀ ਕਿ ਲੋਕਾਂ ਨੂੰ ਬੁੱਧੂ ਬਣਾ ਕੇ ਸ਼ੋਅ ਕਰਾਂ ਕਿ ਮੈਂ ਸਿੱਖਾਂ ਦੀ ਅਜ਼ਮਤ ਦੀ ਰਾਖੀ ਕਰਨ ਵਾਲਾ ਲੀਡਰ ਹਾਂ। ਪਰ ਜਿੰਨਾ ਇਹ ਸ਼ੋਅ ਕਰਦੇ ਨੇ, ਉਨੀ ਇਹਨਾਂ ਦੀ ਕੀਮਤ ਵੱਧ ਪੈ ਜਾਂਦੀ ਹੈ। ਤੇ ਲਗਾਤਾਰ 10 ਸਾਲ ਉਹਨਾਂ ਨੇ, ਪਹਿਲਾਂ 5 ਸਾਲ, ਹੁਣ ਉਹਦੇ ਪੁੱਤਰ ਨੂੰ, ਹੁਣ ਉਹਦੀ ਨੂੰਹ ਨੂੰ, ਉਹਦੇ ਜਵਾਈ ਨੂੰ, ਉਹਦੇ ਮੁੰਡੇ ਦੇ ਸਾਲੇ ਨੂੰ ਰਾਜ ਦਿੱਤਾ। ਚੁਣ ਕੇ ਸੌਦੇਬਾਜ਼ੀ ਹੁੰਦੀ ਆ, ਆ ਵੀ ਦੇ ਦਾਂਗੇ ਪਰ ਆ ਕਰਨਾ ਪਊਗਾ। ਕਰਨਾ ਕੀ ਪਊਗਾ? ਉਹਨੇ ਸਿੱਖੀ ਮਾਰੀ ਆ, ਸਿੱਖ ਮਾਰੇ ਨੇ, ਤੇ ਦੂਜਿਆਂ ਨੇ ਪੰਜਾਬ ਮਾਰਿਆ, ਉਹਨੇ ਵੀ ਰਲ ਕੇ ਪੰਜਾਬ ਮਾਰਿਆ। ਕਦੇ ਨਸ਼ੇ ਵਕਾਏ ਨੇ, ਕਦੇ ਕੁਝ ਕੀਤਾ। ਹਰ ਚੀਜ਼ ਦੀ ਖੁੱਲ੍ਹ ਹੈ, ਬਨਿਸਬਤ ਇਹ ਕਿ ਚਾਹੁੰਦੇ ਕੀ ਨੇ ਸੈਂਟਰ ਕਿ ਤੁਸੀਂ ਆਪਣੀ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰਨੀ। ਬਸ ਇਸ ਕਰਕੇ ਜਿਹੜਾ ਅੱਜ ਦਾ ਸੰਘਰਸ਼ ਹੈ, ਇਹ ਵਕਤੀ ਤੌਰ ਤੇ ਮੰਨ ਲਓ ਕੱਲ ਇੱਕ ਦੋ ਮੰਗਾਂ ਜੇ ਮੰਨ ਵੀ ਲੈਣ, ਕੀ ਮੰਨਣਗੇ ਜਿਹੜੀ ਕੰਟਰੈਕਟ ਫਾਰਮਿੰਗ ਹੈ, ਉਹਨੂੰ 2 ਸਾਲ ਲਈ ਅੱਗੇ ਪਾਉਂਦੇ ਆ, ਬਸ ਮੁੜ ਵਿਚਾਰ ਕਰਾਂਗੇ। ਠੀਕ ਹੈ ਜੀ, ਤੁਹਾਡੀਆਂ ਜ਼ਮੀਨਾਂ ਹੁਣ ਹੋ ਗਈਆਂ ਸੇਫ। ਕਾਨੂੰਨ ਨਹੀਂ ਬਦਲਣਗੇ, ਡਿਊਰੇਸ਼ਨ ਦੇਣਗੇ। ਜਿਹੜਾ ਘੋਲ ਇੱਕ ਵਾਰ ਠੰਡਾ ਹੋ ਗਿਆ, ਅਗਲੀ ਵਾਰ ਉਹ ਅੱਧਾ ਹੋ ਗਿਆ, ਚਾਹੇ 10 ਦਿਨ ਬਾਅਦ ਦੁਬਾਰਾ ਲਾ ਕੇ ਦੇਖ ਲਿਓ ਤੁਸੀਂ। ਮੇਰੀ ਇਹ ਤਜਰਬਾ ਹੈ ਕਿ ਜਿਹੜੀ ਚੀਜ਼ ਇੱਕ ਵਾਰ, ਕਿਉਂਕਿ ਆਪਸ ਵਿੱਚ ਭੁਲੇਖੇ ਨੇ ਵੱਧ ਜਾਣਗੇ ਵੀ ਉਹ ਖਰੀਦਿਆ ਗਿਆ ਕਿ ਉਹ ਭਾਵੇਂ ਕੋਈ ਵੀ ਨਾ ਖਰੀਦਿਆ ਗਿਆ ਹੋਵੇ, ਪਰ ਇਹ ਤਾਂ ਖਰੀਦੇ ਜਾਂਦੇ ਨੇ ਨਾ। ਸੋ ਹਜੇ ਇੱਕ ਬਹੁਤ ਹੀ ਪੰਜਾਬ ਦੇ ਪੁਆਇੰਟੋਂ ਬਹੁਤ ਹੀ ਕ੍ਰੈਡੀਬਲ ਲੀਡਰਸ਼ਿਪ ਦੀ ਲੋੜ ਹੈ, ਤੇ ਉਹ ਲੋਕਾਂ ਨੂੰ ਸਪਸ਼ਟ ਕਰੇ ਕਿ ਇਨਕਲੂਡਿੰਗ ਖੇਤੀ ਆਰਡੀਨੈਂਸਿਸ ਸਾਡੀਆਂ ਸਾਰੀਆਂ ਮੰਗਾਂ ਕੀ ਨੇ। ਅੱਜ ਪੰਜਾਬ ਉੱਠਿਆ ਤਾਂ ਪੰਜਾਬ ਦੀਆਂ ਮੰਗਾਂ ਤਾਂ ਇੱਕ ਥਾਂ ਤੇ ਕਰ ਲਓ, ਰਹਿਣ ਦਿਓ ਸਾਡੇ ਖਾਲਿਸਤਾਨ ਨੂੰ ਅੱਡ, ਕੋਈ ਗੱਲ ਨਹੀਂ। ਸਾਡੇ
ਅਸੀਂ ਮਿਨੀਮਮ ਤੌਰ ਤੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਹਾਂ। ਤੁਸੀਂ ਖਾਲਿਸਤਾਨ ਨਾਲ ਭਾਵੇਂ ਨਾ ਵੀ ਚਲੋ, ਸਾਨੂੰ ਕੋਈ ਸ਼ਿਕਵਾ ਨਹੀਂ ਹੈ। ਕ੍ਰੈਡੀਬਿਲਿਟੀ ਤਾਂ ਸਾਡੀ ਹੈ ਨਾ ਕਿ ਅਸੀਂ ਕਿਸੇ ਮੁੱਦੇ ਉੱਤੇ ਸਟੈਂਡ ਲੈਣ ਵਕਤ ਖਰੀਦੇ ਨਹੀਂ ਜਾਂਦੇ। ਉਹ ਲੋਕਾਂ ਨੂੰ ਇਕੱਠੇ ਕਰੋ, ਉਹ ਲੋਕਾਂ ਨੂੰ ਸਪਸ਼ਟ ਕਰਨ ਵੀ ਅਸੀਂ ਤੁਹਾਡੇ ਲੀਡਰ ਹਾਂ, ਅਸੀਂ ਆ ਚੀਜ਼ਾਂ ਪਿਛਲੇ ਵਿਸ਼ਲੇਸ਼ਣ ਦੇ ਆਧਾਰ ਤੇ ਸਪਸ਼ਟ ਕਰਦੇ ਹਾਂ। ਪਾਣੀ, ਪੰਜਾਬੀ ਬੋਲਦੇ ਇਲਾਕੇ, ਸਾਡੇ ਆਰਥਿਕ ਵਸੀਲੇ ਜਾਂ ਇਹ ਜਾਂ ਹੋਰ ਚੀਜ਼ਾਂ ਜਿਹੜੀਆਂ ਸਾਡੇ ਜਿਣਸਾਂ ਦੇ ਮੁੱਲ, ਇਹ ਸਾਰੇ ਇਨਕਲੂਡਿੰਗ ਖੇਤੀ, ਵਪਾਰੀ, ਟਰਾਂਸਪੋਰਟ, ਸਾਰੀ ਜਦ ਤੱਕ ਅਸੀਂ ਸਿਕਿਉਰ ਨਹੀਂ ਕਰਾਂਗੇ ਵਿਦਿਨ ਦਾ ਫਰੇਮਵਰਕ ਆਫ ਦਾ ਇੰਡੀਅਨ ਕਨਸਟੀਟਿਊਸ਼ਨ, ਅਸੀਂ ਸਹਿਮਤੀ ਨਹੀਂ ਦੇਵਾਂਗੇ। ਇਹ ਵਾਅਦਾ ਕਰਕੇ ਚੱਲੇ ਹਾਂ, ਤੁਸੀਂ ਸਾਡਾ ਹੁਕਮ ਮੰਨੀ ਜਾਇਓ। ਉਸ ਲੀਡਰਸ਼ਿਪ ਦੀ ਲੋੜ ਹੈ, ਉਸ ਕ੍ਰੈਡੀਬਲ ਲੀਡਰਸ਼ਿਪ ਦੀ ਲੋੜ ਹੈ ਜਿਹੜਾ ਮੱਥਾ ਵੀ ਲਾਵੇ ਤੇ ਫੈਸਲੇ ਤੱਕ ਲੱਗੇ ਰੱਖੇ। ਜਿਵੇਂ ਕਿਸੇ ਟਾਈਮ ਤੇ ਸਿੱਖਾਂ ਨੇ ਇਹ ਕੰਮ ਦਿਖਾਇਆ, ਚਾਬੀਆਂ ਦੇ ਮੋਰ ਦੇ ਵਿੱਚ ਮੁਰਚ 'ਚ ਦਿਖਾਈ ਹੈ ਗੱਲ, ਜਾਂ ਹੋਰ ਕਈ ਥਾਵਾਂ ਤੇ ਦਿਖਾਈ ਹੈ ਗੱਲ, ਹੋ ਜਾਏਗੀ ਲੰਬੀ। ਪਰ ਮੈਂ ਕਿਸਾਨੀ ਮੁੱਦੇ ਤੇ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਕੇਵਲ ਕਿਸਾਨੀ ਮੁੱਦੇ ਨਹੀਂ ਹਨ, ਇਹ ਸਾਡੀ ਹੋਂਦ ਦੇ, ਸਾਡੀ ਭਵਿੱਖ ਦੇ, ਸੱਭਿਆਚਾਰ ਦੇ, ਸਾਡੇ ਸਾਰੇ ਕਾਸੇ ਦੇ ਇਹ ਨਿਚੋੜ ਰੂਪ ਵਿੱਚ ਸਾਹਮਣੇ ਆ ਗਿਆ। ਜੋ ਅੱਜ ਦਾ ਪੰਜਾਬ ਦਾ ਮਾਹੌਲ ਹੈ, ਉਸੇ ਨਿਚੋੜ ਰੂਪ ਦੇ ਵਿੱਚ ਲੀਡਰਸ਼ਿਪ ਚਾਹੀਦੀ ਹੈ, ਜਿਹੜਾ ਆਪਣਾ ਵੀ ਇੱਕ ਲੋਕਾਂ ਨੂੰ ਸ਼ੋਅ ਕੀਤਾ ਹੋਇਆ ਕ੍ਰੈਡੀਬਲ ਇਤਿਹਾਸ ਹੋਣਾ ਚਾਹੀਦਾ ਕਿ ਇਹਨਾਂ ਨੇ ਘੱਟੋ ਘੱਟ ਲਾਲਚ ਤੇ ਡਰ ਤੋਂ ਦੂਰ ਰਹਿ ਕੇ ਸੰਘਰਸ਼ ਕੀਤਾ ਹੈ। ਸੋ ਮੈਂ ਇੱਥੇ ਇੱਕ ਗੱਲ ਜੋੜਨਾ ਚਾਹੁੰਦਾ ਕਿ ਜਿੰਨੀ ਵੀ ਗੁਰੂ ਸਾਹਿਬ ਜੀ ਦੀ, ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਲ, ਕਈ ਲੋਕ ਅੱਜ ਮੂੰਹ ਮੋੜੀ ਬੈਠੇ ਨੇ ਸੰਘਰਸ਼ੀ ਵੀ, ਪਰ ਹੋਣਾ ਨਹੀਂ ਇਸ ਤਰ੍ਹਾਂ। ਇਸ ਖਿੱਤੇ ਨੇ ਗੁਰੂ ਸਿਧਾਂਤ ਨਾਲ ਜੁੜ ਕੇ ਹੀ ਕੋਈ ਸਫਲਤਾ ਲੈਣੀ ਹੈ। ਹੁਣ ਸਫਲਤਾ ਕੀ ਹੈ, ਇਹਦੇ ਬਾਰੇ ਮੈਂ ਇੱਕ ਲਾਈਨ ਸਿਰੋਂ ਬੋਲਣਾ ਚਾਹੁੰਦਾ ਸੀ, ਤਾਂ ਤੁਹਾਨੂੰ ਮੈਂ ਟਾਈਮ ਲਿਆ ਕਿ ਗੁਰੂਆਂ ਦੀ ਸਾਨੂੰ ਸਿੱਖਿਆ ਇਹ ਹੈ, ਤੁਸੀਂ ਸਹੀ ਗੱਲ ਨੂੰ ਸਹੀ ਕਹਿਣਾ, ਸਹੀ ਮੰਗ ਨੂੰ ਸਹੀ ਕਹਿਣਾ। ਹਾਕਮ ਕਿਉਂਕਿ ਜ਼ਾਲਮ ਹੈ, ਉਹ ਆਪਣੇ ਹੱਥ ਕੰਡਿਆਂ ਨਾਲ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ। ਤੁਸੀਂ ਇਹ ਨਹੀਂ ਸੋਚਣਾ ਕਿ ਇੰਨਾ ਲੰਮਾ ਸਮਾਂ ਹੋ ਗਿਆ ਕਿ ਮੇਰੀ ਮੰਗ ਮੰਨੀ ਨਹੀਂ ਜਾ ਰਹੀ, ਮੇਰਾ ਡਿਮਾਂਡ ਪੂਰੀ ਨਹੀਂ ਹੋ ਰਹੀ। ਇਹਦੇ ਉਲਟ ਤੁਸੀਂ ਸੰਘਰਸ਼ ਕਰੀ ਜਾਣਾ, ਤਾਂ ਜੋ ਅੱਜ ਤੁਸੀਂ 4 ਬੰਦੇ ਅਵੇਅਰ ਹੋ, 4 ਨਾਲ 10 ਅਵੇਅਰ ਹੋਣਗੇ, 10 ਨਾਲ ਲੱਖ ਅਵੇਅਰ ਹੋਣਗੇ, ਆਖਰ ਨੂੰ ਮੰਨਣਾ ਪਏਗਾ। ਤੁਸੀਂ ਸੰਘਰਸ਼ ਜਾਰੀ ਰੱਖਣਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਛੋਟੇ ਸਾਹਿਬਜ਼ਾਦੇ ਤੱਕ ਜਿਹੜਾ ਵੀ ਸੰਘਰਸ਼ ਤੁਸੀਂ ਦੇਖਦੇ ਆਓਗੇ 250 ਸਾਲ ਦਾ, ਉਹਦੇ ਵਿੱਚ ਇੱਕ ਲਗਾਤਾਰਤਾ ਹੈ। ਉਹ ਤਤੀ ਤਵੀ ਤੇ ਬਹਿ ਕੇ ਵੀ ਹੈਗੀ ਹੈ, ਉਹ ਬਾਬਰ ਦੇ ਮੂਹਰੇ ਖੜ ਕੇ ਵੀ ਹੈਗੀ ਹੈ, ਉਹ ਮਤਲਬ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੇ ਰੂਪ ਦੇ ਵਿੱਚ ਵੀ ਹੈਗੀ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ਦੇ ਰੂਪ ਵਿੱਚ ਵੀ ਹੈਗੀ ਹੈ। ਪਰ ਉਹ ਇੱਕ ਕੰਟੀਨਿਊਟੀ ਹੈ, ਉਹਦੇ ਵਿੱਚ ਸਫਲਤਾ ਤੇ ਅਸਫਲਤਾ ਇਹੀ ਹੈ ਕਿ ਉਹ ਆਪਣੀ ਕਹੀ ਹੋਈ ਗੱਲ ਤੇ ਡਟੇ ਹੋਏ ਨੇ ਕਿ ਝੁਕ ਗਏ ਨੇ ਜੀ। ਇਹਨਾਂ ਹੀ ਗੱਲਾਂ ਨਾਲ ਮੈਂ ਬਿਆਨ ਕਰ ਸਕਦਾ ਸੀ ਜਿਹੜਾ ਅੱਜ ਦਾ ਜਿਹੜਾ ਇਹ ਮੌਜੂਦਾ ਹਾਲਾਤ ਪੈਦਾ ਹੋਏ ਨੇ। ਬਹੁਤ ਪ੍ਰੋਫੈਸਰ ਸਾਹਿਬ ਤੁਹਾਡੇ ਧੰਨਵਾਦੀ ਹਾਂ, ਸਮੇਂ ਤੇ ਸਾਨੂੰ ਆਪਣੇ ਕੀਮਤੀ ਸੁਝਾਅ ਦੇ ਕੇ ਨਵਾਜਦੇ ਰਹਿੰਦੇ ਹੋ। ਮੈਂ ਤਾਂ ਹਮੇਸ਼ਾ ਵਾਂਗ ਇਹੀ ਕਹਾਂਗਾ ਕਿ ਮੈਂ ਪਤਾ ਨਹੀਂ ਕਿਹੜੇ ਲਫ਼ਜ਼ ਵਰਤਾਂ ਕਿ ਮੇਰੇ ਅੰਦਰਲਾ ਜਿਹੜਾ ਹੈ ਉਹ ਪ੍ਰਗਟ ਹੋ ਜਾਏ ਕਿ ਮੈਂ ਅਕਾਲ ਚੈਨਲ ਦਾ, ਮੱਖੂ ਸਾਹਿਬ ਦਾ ਕਿੰਨਾ ਕੁ ਰਿਣੀ ਹਾਂ। ਕਿਉਂਕਿ ਮੈਨੂੰ ਵੀ ਚਾਹੀਦਾ ਹੈ ਕਿ ਜੇ ਮੈਂ ਜ਼ਿੰਦਗੀ ਇਸ ਪਾਸੇ ਲਾਈ ਆ ਕਿ ਮੈਂ ਲੋਕਾਂ ਨਾਲ ਗੱਲਾਂ ਕਰਾਂ, ਲੋਕ ਮੈਨੂੰ ਦੱਸਣ ਕਿ ਤੂੰ ਠੀਕ ਹੈ ਜਾਂ ਕਿੰਨਾ ਕੁ ਠੀਕ ਹੈ ਜਾਂ ਗਲਤ ਹੈ, ਮੈਂ ਹੋਰ ਸੁਧਰਨ ਦੀ ਕੋਸ਼ਿਸ਼ ਕਰਾਂ। ਮੇਰੇ ਗੁਰੂ ਦੀ ਵੀ ਇਹੀ ਸਿੱਖਿਆ। ਸੋ ਉਹ ਤੁਸੀਂ ਮੌਕਾ ਮੈਨੂੰ ਪ੍ਰਦਾਨ ਕਰਦੇ ਹੋ। ਮੈਂ ਰਿਣੀ ਹੋ ਸਕਦਾ, ਪਰ ਮੈਂ ਹਜੇ ਵੀ ਸ਼ਬਦਾਂ ਰਾਹੀਂ ਆਪਣੇ ਅੰਦਰਲੇ ਨੂੰ ਜੋ ਮੈਂ ਤੁਹਾਡਾ ਪਿਆਰ ਕਰਦਾ, ਰਿਸਪੈਕਟ ਕਰਦਾ, ਅਕਾਲ ਚੈਨਲ ਦੀ ਕਰਦਾ, ਤੁਹਾਡੀ ਕਰਦਾ, ਮੈਂ ਉਹਨੂੰ ਬਿਆਨ ਨਹੀਂ ਕਰ ਸਕਿਆ। ਸੋ ਇਸ ਲਈ ਮਾਫੀ ਦੇਣਾ, ਪਰ ਮੈਂ ਰਿਣੀ ਹਾਂ ਤੁਹਾਡਾ। ਬਹੁਤ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਇਹ ਸਨ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜੋ ਕਾਫੀ ਮੁੱਦਿਆਂ ਦੇ ਉੱਪਰ ਬੜੀ ਗਹਿਨ, ਮੈਂ ਤਾਂ ਕਈ ਵਾਰੀ ਇਹਨਾਂ ਨੂੰ ਕਹਿਣਾ ਹੁੰਦਾ ਵੀ ਇੰਨਾ ਵਕਤ ਤੁਸੀਂ ਕਿਸ ਟਾਈਮ ਦੇ ਉੱਪਰ ਲਾਉਂਦੇ ਹੋ, ਕਿਹੜਾ ਉਹ ਸਮਾਂ ਹੁੰਦਾ ਆ, ਦਿਨ ਹੁੰਦੀ ਹੈ, ਰਾਤ ਹੁੰਦੀ ਹੈ, ਪਾਰਟੀ ਦੇ ਕੰਮ ਵੀ ਕਰਦੇ ਹੋ, ਤੇ ਇੰਨੀ ਬਰੀਕੀ ਦੇ ਵਿੱਚ ਚਲੇ ਜਾਂਦੇ ਹੋ। ਭਾਵੇਂ ਸਿੱਖ ਇਤਿਹਾਸ ਨਾਲ ਜੁੜੇ ਹੋਏ ਮੁੱਦੇ ਹੋਣ, ਭਾਵੇਂ ਸਮਾਜ ਨਾਲ ਜੁੜੇ ਹੋਏ ਮੁੱਦੇ ਹੋਣ, ਭਾਵੇਂ ਆਰਥਿਕਤਾ ਨਾਲ ਜੁੜੇ ਹੋਏ ਮੁੱਦੇ ਹੋਣ, ਭਾਵੇਂ ਗੱਲ ਖੁਦ ਮੁਖਤਿਆਰੀ ਦੀ ਹੋਵੇ। ਖੈਰ, ਸਾਨੂੰ ਵੀ ਚੰਗਾ ਲੱਗਦਾ ਹੈ ਤੇ ਦਰਸ਼ਕ ਸਾਡੇ ਜਦੋਂ ਸੈਟੀਸਫਾਈ ਹੁੰਦੇ ਨੇ, ਮੁੱਦਿਆਂ ਦੇ ਆਧਾਰਿਤ ਗੱਲਬਾਤ ਹੁੰਦੀ ਹੈ ਔਰ ਨਿਚੋੜ ਕੱਢਦੇ ਹਾਂ, ਕਿਤੇ ਨਾ ਕਿਤੇ ਅਸੀਂ ਸੋਚਦੇ ਹਾਂ ਕਿ ਅਦਾਰਾ ਅਕਾਲ ਚੈਨਲ ਆਪਣੀ ਸਫਲਤਾ ਵਾਲੇ ਪਾਸੇ ਵੱਧਦਾ ਪਿਆ। ਸੋ ਦਰਸ਼ਕੋ, ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।